ਇਸ ਤੋਂ ਪਹਿਲਾਂ ਕਿ ਮੈਂ ਪੂਨਮ ਹੋਣਾ ਨੂੰ ਤੁਹਾਡੇ ਰੂਬਰੂ ਕਰਵਾਵਾਂ, ਮੈਂ ਦੱਸਦਾ ਚੱਲਾਂ ਕਿ ਅੱਜ ਦਾ ਇਹ ਪ੍ਰੋਗਰਾਮ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਕੈਨੇਡਾ ਵੱਲੋਂ ਇੰਡੀਆ ਦੇ ਮਹਾਨ ਲੇਖਕ ਸਰਦਾਰ ਗੁਰਬਖਸ਼ ਸਿੰਘ ਅਤੇ ਪ੍ਰੀਤਲੜੀ ਮੈਗਜ਼ੀਨ ਦੇ ਸਾਰੇ ਪਰਿਵਾਰ ਜਿਹੜਾ ਕਿ ਉਹਨਾਂ ਦੀ ਲੈਗੇਸੀ ਨਿਭਾ ਰਹੇ ਨੇ, ਅਸੀਂ ਉਹਨਾਂ ਨੂੰ ਸਮਰਪਿਤ ਕਰਨ ਜਾ ਰਹੇ ਹੈਗੇ ਹਾਂ। ਅੱਜ ਦੀ ਸਵੇਰ ਮੇਰੇ ਨਾਲ ਬਹੁਤ ਸਾਰੇ ਇੰਟੈਲੈਕਚੁਅਲ ਇੱਥੇ ਜੁੜੇ ਹੋਏ ਨੇ ਅਲੱਗ-ਅਲੱਗ ਮੁਲਕਾਂ ਤੋਂ, ਜਿਹੜੇ ਕਿ ਪ੍ਰੀਤਲੜੀ ਦੇ ਲੇਖਾਂ ਨੂੰ ਜ਼ਿੰਦਗੀ ਭਰ ਮੁਖਤਲਿਫ ਹਿੱਸਿਆਂ ਦੇ ਵਿੱਚ ਰਹਿਣ ਦੇ ਬਾਵਜੂਦ ਇੱਕ ਅਲੱਗ-ਅਲੱਗ ਪੜਾਵਾਂ ਤੇ ਉਹਨਾਂ ਨੇ ਪ੍ਰੀਤਲੜੀ ਨੂੰ ਪੜ੍ਹਿਆ ਵੀ ਹੈ ਤੇ ਹੰਢਾਇਆ ਵੀ ਹੈ। ਸਰਦਾਰ ਗੁਰਬਖਸ਼ ਸਿੰਘ ਹੁਣਾਂ ਦੇ ਸੁਪਨਿਆਂ ਦਾ ਸ਼ਹਿਰ ਪ੍ਰੀਤਨਗਰ ਮੇਰੇ ਹਿਸਾਬ ਨਾਲ ਉਹ ਮੁਕੱਦਸ ਧਰਤੀ ਹੈ ਜਿਸ ਨਾਲ ਕਿ ਬਹੁਤ ਸਾਰੇ ਵੱਡੇ ਲੋਕ ਵਾਬਸਤਾ ਰਹੇ ਨੇ, ਜਿਸ ਤਰ੍ਹਾਂ ਕਿ ਸਦਾਤ ਹਸਨ ਮੋਂਟੋ ਸਾਹਿਬ, ਫੈਜ਼ ਅਹਿਮਦ ਫੈਜ਼ ਸਾਹਿਬ, ਸਾਹਿਰ ਲੁਧਿਆਨਵੀ ਸਾਹਿਬ, ਅੰਮ੍ਰਿਤਾ ਪ੍ਰੀਤਮ ਜੀ, ਨਾਨਕ ਸਿੰਘ ਜੀ, ਬਲਵੰਤ ਗਾਰਗੀ ਸਾਹਿਬ, ਪ੍ਰੇਮ ਧਵਨ ਸਾਹਿਬ, ਦਵਿੰਦਰ ਸਿਥਿਆਰਥੀ ਸਾਹਿਬ, ਉਪਿੰਦਰਨਾਥ ਅਸ਼ਕ ਸਾਹਿਬ, ਰਜਿੰਦਰ ਸਿੰਘ ਬੇਦੀ ਸਾਹਿਬ, ਸਰਦਾਰ ਸੋਭਾ ਸਿੰਘ ਜੀ, ਸ਼ਿਵ ਕੁਮਾਰ ਬਟਾਲਵੀ ਜੀ, ਬਲਰਾਜ ਸਾਨੀ ਸਾਹਿਬ, ਖੁਸ਼ਵੰਤ ਸਿੰਘ ਸਾਹਿਬ, ਏਦਾਂ ਦੇ ਸਾਰੇ ਲੋਕ ਇਸ ਮੈਗਜ਼ੀਨ ਦੇ ਨਾਲ ਜੁੜੇ ਰਹੇ ਨੇ। ਔਰ ਮੈਨੂੰ ਫਖਰ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ, ਜਿਸ ਤਰ੍ਹਾਂ ਖੁਸ਼ਵੰਤ ਸਿੰਘ ਹੁਣੀ ਨੇ ਜਾਂ ਫੈਜ਼ ਅਹਿਮਦ ਫੈਜ਼ ਨੇ ਜਾਂ ਅੰਮ੍ਰਿਤਾ ਪ੍ਰੀਤਮ ਹੁਣੀ ਨੇ, ਮੈਨੂੰ ਉਹਨਾਂ ਨੂੰ ਮਿਲਣ ਦਾ ਔਰ ਇੰਟਰਵਿਊ ਕਰਨ ਦਾ ਔਰ ਛਾਪਣ ਦਾ ਵੀ ਮਾਣ ਪ੍ਰਾਪਤ ਹੋਇਆ। ਬਹੁਤ ਵਰੇ ਪਹਿਲਾਂ ਉਪਿੰਦਰਨਾਥ ਅਸ਼ਕ ਹੁਣਾਂ ਦੀ ਮੈਂ ਇੱਕ ਕਿਤਾਬ ਪੜ੍ਹੀ ਸੀ, ਬੜੀ ਬੜੀ ਆਂਖੇਂ। ਮੇਰਾ ਖਿਆਲ ਉਪਿੰਦਰਨਾਥ ਅਸ਼ਕ ਹੁਣੀ ਪ੍ਰੀਤਨਗਰ ਦੇ ਵਿੱਚ ਰਹਿੰਦੇ ਹੋਏ ਹਿੰਦੀ ਦੀ ਪ੍ਰੀਤਲੜੀ ਨੂੰ ਐਡਿਟ ਕਰਦੇ ਸਨ, ਜਿਵੇਂ ਆਪਣੇ ਸਾਹਿਰ ਲੁਧਿਆਨਵੀ ਸਾਹਿਬ ਉਰਦੂ ਦੀ ਪ੍ਰੀਤਲੜੀ ਨੂੰ ਐਡਿਟ ਕਰਦੇ ਸਨ। ਉਸ ਵਿੱਚ ਉਹਨਾਂ ਨੇ ਪ੍ਰੀਤਨਗਰ ਦੇ ਕਮਿਊਨਿਟੀ, ਜਿਹੜੀ ਕਾਮਨ ਕਮਿਊਨਿਟੀ ਕਿਚਨ ਹੈ, ਉਹਦੇ ਵਿੱਚ ਬੈਠਿਆਂ ਇੱਕ ਕਿਸੇ ਦਾ ਜ਼ਿਕਰ ਕੀਤਾ ਸੀ ਜਿਹਦੀਆਂ ਵੱਡੀਆਂ ਅੱਖਾਂ ਸਨ, ਔਰ ਮੇਰੀ ਤਾਉਮਰ ਇਹ ਉਤਸੁਕਤਾ ਬਣੀ ਰਹੀ ਕਿ ਉਹ ਦੋ ਵੱਡੀਆਂ ਅੱਖਾਂ ਕਿਸ ਦੀਆਂ ਸਨ। ਇਸੇ ਤਰ੍ਹਾਂ ਮੇਰੇ ਇਲਾਵਾ ਸ਼ਾਇਦ ਕਈ ਦਹਾਕਿਆਂ ਤੋਂ ਤੁਸੀਂ ਸਭ ਵੀ ਇਹ ਸੋਚ ਰਹੇ ਹੋਵੋਗੇ ਕਿ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਜਾਂ ਫਿਰ ਇੱਕ ਕੁੜੀ ਜਿਸ ਦਾ ਨਾਮ ਮੁਹੱਬਤ, ਇਹ ਕਿਸ ਵਾਸਤੇ ਲਿਖਿਆ। ਸ਼ਾਇਦ ਪੂਨਮ ਹੁਣਾਂ ਨਾਲ ਗੱਲ ਕਰਦੇ ਹਾਂ ਆਪਾਂ ਨੂੰ ਅੱਜ ਕੁਝ ਗੱਲਾਂ ਦੇ ਜਵਾਬ ਮਿਲ ਜਾਣ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਬਿਹਾਫ ਤੇ ਮੈਂ ਬੜੇ ਇਹਤਰਾਮ ਨਾਲ ਪੂਨਮ ਹੁਣਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆ ਕਹਿੰਦਾ। ਪੂਨਮ ਜੀ। ਪੂਨਮ ਜੀ ਸਤਿ ਸ਼੍ਰੀ ਅਕਾਲ, ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਹਾਡੇ ਸਭ ਨਾਲ ਅੱਜ ਮਾਂ ਬੋਲੀ ਦਿਵਸ ਤੇ ਖਾਸ ਕਰਕੇ ਗੱਲ ਕਰਦੇ ਹਾਂ, ਬਹੁਤ ਚੰਗਾ ਲੱਗ ਰਿਹਾ ਤੇ ਇਹ ਸਾਂਝਾਂ ਸਾਡੀਆਂ ਬਣੀਆਂ ਰਹਿਣ ਤੇ ਇਹਦੇ ਵਿੱਚੋਂ ਬੜਾ ਕੁਝ ਨਵਾਂ ਨਿਕਲੇ, ਇਸ ਆਸ ਦੇ ਨਾਲ ਮੈਂ ਆਪਣੀ ਗੱਲ ਤੁਹਾਡੇ ਨਾਲ ਕਰਦੀ ਹਾਂ। ਜੋ ਪ੍ਰੀਤਲੜੀ ਦਾ ਖਾਸਾ ਹੈ, ਮੈਨੂੰ ਲੱਗਦਾ ਹੈ ਕਿ ਉਹ ਇੱਕ ਦਲੇਰੀ ਨਾਲ, ਇੱਕ ਖੁੱਲ੍ਹ ਨਾਲ, ਇੱਕ ਇਜਾਜ਼ਤ ਦੇ ਨਾਲ ਕਿ ਦਲੇਰੀ ਕਰਕੇ ਵੇਖੀ ਜਾਏ, ਖੁੱਲ੍ਹ ਕਰਕੇ ਵੇਖੀ ਜਾਏ, ਮੁਹੱਬਤ ਕਰਕੇ ਵੇਖੀ ਜਾਏ, ਇਸ ਚੀਜ਼ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਹੀ ਹਾਂਜੀ ਇਸ ਨੇ ਸਾਨੂੰ ਸਭ ਨੂੰ ਆਪਣੇ ਇੱਕ ਜਾਦੂ ਵਿੱਚ ਰੱਖਿਆ ਹੋਇਆ ਹੈ, ਕੀਲਿਆ ਹੋਇਆ ਹੈ। ਤੇ ਮੈਨੂੰ ਲੱਗਦਾ ਹੈ ਕਿ ਕਿਸੇ ਨੇ ਸ਼ਾਇਦ ਧੀਰ ਹੋਰਾਂ ਨੇ ਹੀ ਕਿਹਾ ਸੀਗਾ ਕਿ ਉਹਨਾਂ ਨੂੰ ਦੋ ਲਫ਼ਜ਼ ਕਿਤੋਂ ਉੱਡਦੇ ਹੋਏ ਆ ਗਏ, ਜਾਂ ਕਿਸੇ ਹੋਰ ਨੇ ਕਿਹਾ, ਮੈਨੂੰ ਇਸ ਵੇਲੇ ਯਾਦ ਨਹੀਂ ਆ ਰਿਹਾ, ਕਿ ਉਹ ਆਤਮ ਹੱਤਿਆ ਕਰਨ ਜਾ ਰਹੇ ਨੇ ਤੇ ਉਹਨਾਂ ਨੂੰ ਉਹ ਦੋ ਲਫ਼ਜ਼ ਕਿਤੋਂ ਉੱਡ ਕੇ ਆ ਗਏ ਕਾਗਜ਼ ਤੇ, ਉਹਨਾਂ ਨੇ ਪੜ੍ਹ ਲਏ ਤੇ ਉਹਨਾਂ ਨੇ ਇਹ ਇਰਾਦਾ ਛੱਡ ਦਿੱਤਾ ਆਤਮ ਹੱਤਿਆ ਕਰਨ ਦਾ। ਸੋ ਇਹੋ ਜਿਹਾ ਕੀ ਹੈ ਜੋ ਦੋ ਲਫ਼ਜ਼ਾਂ 'ਚ ਹੀ ਹੋਵੇ, 2 4 6 ਲਫ਼ਜ਼ਾਂ 'ਚ ਹੀ ਹੋਵੇ ਤੇ ਤੁਹਾਡੇ ਅੰਦਰ ਜਾਨ ਪਾ ਦੇ, ਹਿੰਮਤ ਪਾ ਦੇ। ਤੇ ਮੈਂ ਸੋਚਦੀ ਹਾਂ ਉਹ ਚੀਜ਼ ਜੋ ਹੈ ਉਹ ਪ੍ਰੀਤਲੜੀ ਕਿਉਂ ਇੱਕ ਆਸ ਤੇ ਦਲੇਰੀ ਤੇ ਕਰਕੇ ਵੇਖਣ ਦੀ, ਖਾਸ ਕਰਕੇ ਜਵਾਨੀ ਦੇ ਵਿੱਚ, ਜੋ ਜਵਾਨੀ ਲਈ ਕੁਦਰਤੀ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ, ਉਹ ਕਰੇ। ਸੋ ਇਹ ਇੱਕ ਬੜਾ ਨਵਾਂ ਤਸੱਵਰ ਸੀ, ਕਿੱਥੇ ਤੇ ਡਰ ਕੇ ਰਹਿਣਾ, ਕੁਝ ਹੋ ਨਾ ਜਾਏ, ਕੁਝ ਗਲਤੀ ਨਾ ਹੋ ਜਾਏ, ਪਹਿਲਾਂ ਹੀ ਮਾਫੀਆਂ ਮੰਗਦੇ ਰਹਿੰਦੇ ਹਾਂ ਅਸੀਂ ਕਿ ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਏ। ਸੋ ਇਹ ਇੱਕ ਖਾਸਾ ਹੈ। ਜੋ ਤੁਸੀਂ ਗੱਲ ਕੀਤੀ, ਤੁਹਾਡੇ ਲਈ ਬੜਾ ਕੁਦਰਤੀ ਹੈ ਕਿ ਤੁਸੀਂ
ਉਹ ਥੋੜੇ ਜਿਹੇ ਲਫ਼ਜ਼ ਪੜੇ ਬੜੀ ਬੜੀ ਆਂਖਾਂ ਵਾਲੇ, ਤੇ ਤੁਹਾਡੀ ਵੀ ਉਹ ਉਮਰ ਸੀ ਜਾਂ ਅਲੜ ਸਾ ਜਾਂ ਜਿਸ ਤਰ੍ਹਾਂ, ਤੇ ਤੁਸੀਂ ਇੱਕ ਜਵਾਨੀ ਦੀ ਗੱਲ ਸੁਣੀ, ਤੇ ਤੁਹਾਨੂੰ ਇਹੀ ਚੰਗਾ ਲੱਗਾ ਹੋਵੇਗਾ ਕਿ ਇਹਦੇ ਬਾਰੇ ਗੱਲ ਹੋ ਸਕਦੀ ਹੈ। ਸੋ ਜੀ ਇਹ ਬੜੀਆਂ ਚੀਜ਼ਾਂ ਖੂਬਸੂਰਤ ਨੇ ਜੋ ਅਸੀਂ ਸਾਡੇ ਵਿੱਚੋਂ ਕੁਝ ਲੋਕ ਜੋ ਇੱਕ ਰਵਾਇਤ, ਇਹ ਅਸੀਂ ਕਹਿ ਨਹੀਂ ਸਕਦੇ ਕਿ ਭਾਰਤ ਦੀ ਰਵਾਇਤ ਨਹੀਂ ਹੈ। ਇਸ਼ਕ, ਇਸ਼ਕ ਨੂੰ ਤੁਸੀਂ ਮਤਲਬ ਇਸ ਤਰ੍ਹਾਂ ਤਾਂ ਅਸੀਂ ਨਹੀਂ ਦੇਖਦੇ ਨਾ ਕਿ ਕੋਈ ਬਦਤਮੀਜ਼ੀ ਹੈ ਜਾਂ ਕਿਸੇ ਜੀ ਨਾਲ ਕੋਈ ਜ਼ਿਆਦਤੀ ਹੈ। ਇਹ ਤੇ ਇੱਕ ਬੰਦਾ ਜਾਂ ਕੋਈ ਔਰਤ ਆਪਣੇ ਆਪ ਤੇ ਵੀ ਤੇ ਕਰ ਸਕਦੀ ਹੈ ਨਾ ਕਿ ਉਸਨੂੰ ਇਸ਼ਕ ਹੈ, ਤੇ ਉਹ ਆਪਣੇ ਆਪ ਨੂੰ ਆਪਣੇ ਅੱਗੇ ਕਬੂਲ ਕਰੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਯਾਨੀ ਕਿ ਖਲੂਸ ਦੇ ਵਿੱਚ ਰਹਿ ਕੇ ਕੀ ਜੀ ਸੰਭਵ ਹੈ, ਤੇ ਜੀ ਜ਼ਿੰਦਗੀ ਦੇ ਨਾਲ ਇੱਕ ਖੇਡ। ਸੋ ਇਹ ਜੋ ਚੀਜ਼ਾਂ ਜੋ ਸਾਡੇ ਅੱਗੇ ਖੋਲਦੀਆਂ ਨੇ ਰਸਤੇ, ਉਹੀ ਤੁਹਾਨੂੰ ਤੇ ਸਾਨੂੰ ਅੱਜ ਤੱਕ ਲਈ ਫਿਰਦੇ ਆ ਕਿ ਕੀ ਜਾਦੂ ਸੀ, ਬਹੁਤ ਕੀ ਖੂਬ ਜਾਦੂ ਹੈ ਬਹੁਤ ਜੀ। ਖੂਬ। ਪੂਨਮ ਜੀ, ਮੈਂ ਤੁਹਾਡੇ ਖੂਬਸੂਰਤ ਸ਼ਬਦਾਂ ਨੂੰ ਅੱਗੇ ਵਧਾਉਂਦਾ ਹੋਇਆ ਮੇਰੇ ਖਿਆਲ ਥੋੜਾ ਪਿਛੋਕੜ ਤੇ ਮੈਂ ਲੈ ਜਾਵਾਂ। ਮੈਂ ਕੁਝ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਜ਼ਿੰਦਗੀ ਭਰ ਘੁੰਮਦੇ ਰਹੇ ਨੇ। ਜੀ ਮੈਂ ਮੇਰੇ ਖਿਆਲ ਸ਼ੁਰੂ ਤੋਂ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ ਹੈ। ਪਹਿਲੀ ਜ਼ਰੂਰ। ਵਾਰ ਤੁਹਾਡੀ ਮੁਲਾਕਾਤ ਸਰਦਾਰ ਗੁਰਬਖਸ਼ ਸਿੰਘ ਹੁਣਾਂ ਨਾਲ ਕਦੋਂ ਹੋਈ, ਕਿਸ ਹਾਲਾਤ ਵਿੱਚ ਹੋਈ, ਤੁਹਾਡਾ ਪਹਿਲਾ ਇੰਪ੍ਰੈਸ਼ਨ ਕੀ ਸੀ ਉਹਨਾਂ ਬਾਰੇ? ਥੋੜਾ ਜਿਹਾ ਉਸ ਪਿਛੋਕੜ ਨੂੰ ਦੱਸੋ, ਫਿਰ ਮੈਂ ਤੁਹਾਨੂੰ ਅੱਗੇ ਲੈਂਦਾ ਆਵਾਂਗਾ ਤਾਂ ਕਿ ਆਪਾਂ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰੈਜ਼ੈਂਟ ਵਿੱਚ ਆ ਜਾਈਏ। ਮੈਂ ਨੋਟਸ ਵਿੱਚ ਆਪਣੇ ਇਹੀ ਗੱਲਾਂ ਲਿਖੀਆਂ ਨੇ। ਜੀ ਅਮ ਗੁਰਬਖਸ਼ ਸਿੰਘ ਹੋਰਾਂ ਦੀ ਦਾ ਜ਼ਿਕਰ ਜਾਂ ਉਹਨਾਂ ਦਾ ਪਰਚਾ ਸਾਡੇ ਘਰ ਵਿੱਚ, ਮੈਂ ਲੁਧਿਆਣੇ ਪੈਦਾ ਹੋਈ ਸੀ, ਆਂਦਾ ਹੋਏਗਾ। ਤੇ ਮੈਂ ਮੇਰੀ ਪਹਿਲੀਆਂ ਫੋਟੋਆਂ, ਜੋ ਮੇਰੇ ਚਾਚਾ ਜੀ ਅੱਛੇ ਫੋਟੋਗ੍ਰਾਫਰ ਸਨ, ਕਮਰਸ਼ੀਅਲ ਨਹੀਂ ਲੇਕਿਨ ਆਪਣੇ ਸ਼ੌਕੀਆ, ਤੇ ਉਹਨਾਂ ਨੇ ਖਿੱਚ ਕੇ ਮੇਰੀ ਤੇ ਮੇਰੀ ਭੂਆ ਦੀ ਬੇਟੀ, ਅਸੀਂ ਛੋਟੀਆਂ ਸੀ 5 ਸਾਲ ਦੀਆਂ ਹੋਵਾਂਗੀਆਂ, ਸਾਡੀਆਂ ਫੋਟੋਆਂ ਉਹਨਾਂ ਨੇ ਵੀ ਬਾਲ ਸੰਦੇਸ਼ ਨੂੰ ਭੇਜੀਆਂ, ਤੇ ਉਹ ਲੱਗੀਆਂ ਬੈਕ ਪੇਜ ਤੇ, ਇੱਕ ਫਰੰਟ ਪੇਜ ਤੇ, ਇੱਕ ਅਰਸੇ ਦੇ ਵਿੱਚ। ਸੋ ਇੱਕ ਸਾਂਝ ਤੁਸੀਂ ਕਹਿ ਸਕਦੇ ਹੋ ਕਿ ਇਹ ਹੈ ਸੀ ਜੋ ਪਰਿਵਾਰ ਦੇ ਵਿੱਚ ਬਣੀ। ਦੂਸਰਾ ਇਹ ਕਿ ਮੈਂ 9ਵੀਂ ਚ ਸੀ ਤੇ ਮੈਂ ਬਾਈ ਚਾਂਸ ਹਿਮਾਚਲ ਚ ਪੜਨ ਚਲੀ ਗਈ ਸੀ 2 ਸਾਲ, ਕਿਉਂਕਿ ਮੈਨੂੰ ਜੀ ਸ਼ੌਕ ਸੀ ਹੋਸਟਲ ਚ ਪੜਨ ਦਾ। ਤੇ ਮੇਰੇ ਇੱਕ ਮਾਮਾ ਜੀ ਨੇ, ਉਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਤੁਸੀਂ, ਤੁਹਾਡੇ ਮਾਪਿਆਂ ਨੂੰ ਤੇ ਟਾਈਮ ਨਹੀਂ ਹੈ, ਤੇ ਤੁਸੀਂ ਪਤਾ ਨਹੀਂ ਕਿਸ ਤਰ੍ਹਾਂ ਪੜ ਰਹੇ ਹੋ, ਕੀ ਕਰ ਰਹੇ ਹੋ, ਤੇ ਤੁਸੀਂ, ਮੈਂ ਤੁਹਾਨੂੰ ਪੜਾਵਾਂਗਾ। ਤੇ ਉਹ ਮੈਨੂੰ ਇੱਕ ਨੇੜੇ ਸਕੂਲ ਲੱਭਾ, ਮੈਂ ਉੱਥੇ ਸ਼ੌਕੀਆ। ਸੋ ਉੱਥੇ ਹਿਮਾਚਲ ਚ ਉਸ ਟਾਈਮ ਤੇ ਪੰਜਾਬੀ ਪੜ੍ਹਾਈ ਜਾ ਰਹੀ ਸੀ, ਤੇ ਮੈਂ ਉੱਥੇ ਭਾਬੀ ਮੈਣਾ ਪੜ੍ਹੀ 9ਵੀਂ 10ਵੀਂ ਚ। ਤੁਸੀਂ ਸੋਚ ਸਕਦੇ ਹੋ ਕਿ ਉਹੀ ਉਹ ਉਮਰ ਹੈ ਜਿਹਦੇ ਚ ਤੁਹਾਡੇ ਤੇ ਇਸ ਚੀਜ਼ ਦਾ ਅਸਰ ਹੁੰਦਾ। ਤੇ ਉਹ ਕਹਾਣੀ ਮੈਂ ਅਜੇ ਤੱਕ ਉਹਨੂੰ ਬਹੁਤ ਸਭ ਤੋਂ ਮਤਲਬ ਖੂਬਸੂਰਤ ਸਮਝਦੀ ਹਾਂ ਕਿ ਉਹਦੇ ਵਿੱਚ ਉਸ ਤੋਂ ਮੈਨੂੰ ਇੰਨਾ ਅਸਰ ਪਿਆ। ਉਹ ਅਸਰ ਕੀ ਸੀ, ਮੈਂ ਨਹੀਂ ਐਨਾਲਾਈਜ਼ ਕਰਦੀ ਹਾਂ, ਤੇ ਮੈਨੂੰ ਲੱਗਦਾ ਕਿ ਉਹ ਅਸਰ ਇਹ ਸੀ ਕਿ ਕੁਝ ਪੁੱਛਿਆ ਜਾ ਸਕਦਾ ਹੈ, ਕੁਝ ਦੱਸਿਆ ਜਾ ਸਕਦਾ ਹੈ, ਕੋਈ ਵਿਸ਼ਵਾਸ ਕੀਤਾ ਜਾ ਸਕਦਾ ਹੈ। ਯਾਨੀ ਇੱਕ ਦਿਲ ਧੜਕਦਾ ਹੋਇਆ ਇੱਕ ਇਨਸਾਨ ਦਾ, ਤੇ ਉਹਨੂੰ ਜਵਾਬ ਵੀ ਮਿਲ ਰਹੇ ਨੇ, ਉਹ ਸਵਾਲ ਵੀ ਕਰ ਪਾ ਰਿਹਾ, ਕੋਈ ਬਣਾ ਰਿਹਾ ਹੈ ਆਸ-ਪਾਸ ਦੀ ਜ਼ਿੰਦਗੀ ਨੂੰ ਦੇਖ ਕੇ। ਤੇ ਸ਼ਾਇਦ ਇਹ ਜਿਹੜੀ ਚੀਜ਼ ਸੀ, ਮੈਨੂੰ ਕੀਲ ਗਈ ਕਿਸੇ ਥਾਂ ਤੇ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਹੋਰਾਂ ਨੂੰ ਤਾਂ ਨਹੀਂ, ਪਰ ਸੁਮੀਤ ਮੇਰੀ ਜ਼ਿੰਦਗੀ 'ਚ ਆ ਗਏ ਸਨ। ਮੈਂ ਮਤਲਬ ਮੈਂ 15 ਕੁ ਸਾਲ ਦੀ ਹੋਵਾਂਗੀ, ਤੇ ਉਸ ਵੇਲੇ ਮੈਂ ਕਾਲਜ ਜੁਆਇਨ ਕਰਨਾ ਸੀ, ਤੇ ਕਾਲਜ ਲਈ ਮੈਂ ਸਬਜੈਕਟਸ ਚੁਣਨੇ ਸੀਗੇ। ਪਹਿਲਾਂ ਸਾਇੰਸ ਲੈ ਬੈਠੀ ਸੀ, ਜੋ ਮੈਨੂੰ ਉਵੇਂ ਹੀ ਲੈ ਬੈਠੀ, ਸਾਰਿਆਂ ਨੇ ਵੀ ਨੰਬਰ ਹੈਗੇ ਨੇ ਲੈ ਲਓ, ਲੇਕਿਨ ਮੈਨੂੰ ਪਤਾ ਲੱਗਾ ਕਿ ਮੈਨੂੰ ਕੋਈ ਇੰਨਾ ਸ਼ੌਕ ਨਹੀਂ ਹੈਗਾ, ਤੇ ਮੈਨੂੰ ਲੱਗਦਾ ਕਿ ਬਹੁਤ ਸਮਾਂ ਖਰਾਬ ਹੋ ਰਿਹਾ ਹੈ। ਤੇ ਮੈਂ ਵਿੱਚ ਹੀ ਵਿੱਚ ਪ੍ਰੀ ਯੂਨੀਵਰਸਿਟੀ 'ਚ ਆਪਣੇ ਸਬਜੈਕਟਸ ਚੇਂਜ ਕਰਕੇ ਕਰਨੇ ਸਨ। ਤੇ ਸੁਮੀਤ ਨਾਲ ਵੀ ਗੱਲ ਹੋਈ, ਤੇ ਉਹ ਕਹਿੰਦੇ ਤੂੰ ਪੰਜਾਬੀ ਜ਼ਰੂਰ ਲਈ। ਤੇ ਮੈਨੂੰ ਇਹ ਗੱਲ ਉਦੋਂ ਨਹੀਂ ਸੀ, ਇੱਕ ਪੰਜਾਬੀ ਕੰਪਲਸਰੀ, ਖਾਸ ਕਰਕੇ ਚੰਡੀਗੜ੍ਹ 'ਚ ਜਿੱਥੇ ਮੈਂ ਕਾਲਜ ਜਾਣਾ ਸੀਗਾ। ਤੇ ਇਲੈਕਟਿਵ ਸਬਜੈਕਟ ਵਾਂਗ ਅਸੀਂ ਸਿਰਫ ਗਰਲਸ ਕਾਲਜ ਸੀ, ਤੇ ਸਿਰਫ 4 ਲੜਕੀਆਂ ਸੀ ਜਿਨ੍ਹਾਂ ਨੇ ਪੰਜਾਬੀ ਲਈ ਸੀ। ਤੇ ਪੰਜਾਬੀ ਪੜ੍ਹਦੇ ਆ, ਤੇ ਉੱਥੇ ਜਿਹੜਾ ਕਾਲਜ ਦਾ ਮੈਗਜ਼ੀਨ ਸੀ, ਉਹਦੀ ਮੈਂ ਐਡੀਟਰ ਵੀ ਬਣ ਗਈ। 1 ਸਾਲ ਲਈ ਤਾਂ ਬਣਨਾ ਹੀ ਹੁੰਦਾ ਸੀ ਕਿਸੇ ਨੇ, ਲੇਕਿਨ ਮੈਨੂੰ 2 ਸਾਲ ਲਈ ਮੈਂ ਐਡੀਟਰ ਬਣੀ ਉਸ ਅਖਬਾਰ, ਪੰਜਾਬੀ ਦੇ ਮੈਗਜ਼ੀਨ, ਮਤਲਬ ਕਾਲਜ ਦੇ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ। ਸੋ ਪੰਜਾਬੀ ਦੇ ਨਾਲ ਸੰਬੰਧ ਬਣਿਆ, ਸੁਮੀਤ ਨਾਲ ਸੰਬੰਧ ਬਣਿਆ, ਤੇ ਗੁਰਬਖਸ਼ ਸਿੰਘ ਹੋਰਾਂ ਨੂੰ ਮੈਂ ਇਸੇ ਕੀ ਉਮਰ ਦੇ ਵਿੱਚ ਮਿਲੀ ਵੀ। ਤੇ ਇਸ ਤੋਂ ਪਹਿਲਾਂ ਮੇਰੇ ਦਿਮਾਗ 'ਚ ਸਵਾਲ ਆਇਆ ਕਿ ਗੱਲ ਹੋਈ ਕਿ ਰੱਬ ਪਤਾ ਨਹੀਂ ਹੈ ਕਿ ਨਹੀਂ, ਤੇ ਮੇਰੇ ਲਈ ਉਸ ਵੇਲੇ ਬੜਾ ਧੱਕਾ ਜਿਹਾ ਲੱਗਾ ਕਿ
ਸ਼ਾਇਦ ਨਹੀਂ ਹੈ। ਤੇ ਫਿਰ ਕੀ ਹੋਏਗਾ, ਹੁਣ ਕੀ ਬਣੇਗਾ? ਤੇ ਦੁਨੀਆ ਦਾ ਕੀ ਹੋਏਗਾ, ਮੇਰਾ ਕੀ ਹੋਏਗਾ, ਸਾਰਾ ਕੁਝ ਮਤਲਬ ਇਸ ਤਰ੍ਹਾਂ ਦੇ ਸਵਾਲ ਜੋ ਉਸ ਉਮਰ 'ਚ ਬਹੁਤ ਵੱਡਾ ਸੀਗਾ। ਤੇ ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ ਇੱਕ ਖੱਤ ਲਿਖਿਆ। ਮੈਂ ਲਿਖਿਆ ਕਿ ਰੱਬ ਤੇ ਪਤਾ ਨਹੀਂ ਹੈ ਕਿ ਨਹੀਂ, ਪਰ ਸ਼ੁਕਰ ਹੈ ਤੁਸੀਂ ਹੈਗੇ ਹੋ। ਤੁਸੀਂ ਸੋਚ ਵਾਹ! ਸਕਦੇ ਹੋ ਕਿ ਮੈਨੂੰ ਕਿੰਨਾ ਕੁ ਉਹਨਾਂ ਉੱਤੇ ਜਾਂ ਉਹਨਾਂ ਦੇ ਲਫ਼ਜ਼ਾਂ ਉੱਤੇ ਜਾਂ ਇੱਕ ਡੋਰ ਬਣੀ, ਜਦ ਕਿ ਜੀ, ਮੈਂ ਸ਼ਾਇਦ ਉਦੋਂ ਤੱਕ ਮਿਲੀ ਸਾਂ ਜਾਂ ਨਹੀਂ, ਮੈਨੂੰ ਯਾਦ ਨਹੀਂ ਆ ਰਿਹਾ, ਲੇਕਿਨ ਮੈਂ ਜਦੋਂ ਮਿਲੀ ਜੀ, ਤੇ ਕੋਈ ਟੀਵੀ ਦਾ ਸੀਰੀਅਲ ਚੱਲ ਰਿਹਾ ਸੀਗਾ। ਉਦੋਂ ਬਹੁਤ ਘੱਟ ਥਾਵਾਂ ਤੇ ਟੀਵੀ ਹੁੰਦਾ ਸੀ, ਲੇਕਿਨ ਫਿਰ ਲਾਹੌਰ ਦਾ ਟੀਵੀ ਉੱਥੇ ਦਿਸਦਾ ਸੀ, ਪ੍ਰੀਤਨਗਰ। ਮੈਂ ਜੀ, ਵਿਆਹ ਤੋਂ ਪਹਿਲਾਂ ਗਈ ਸੀ, ਮੈਨੂੰ ਲੈ ਕੇ ਗਏ ਸਨ ਸਮੀਰ। ਤੇ ਮੈਨੂੰ ਲੱਗਾ ਕਿ ਬਜ਼ੁਰਗ ਨੇ, ਪਿੱਛੇ ਬੈਠੇ ਨੇ ਥੋੜੇ ਜਿਹੇ ਪਿੱਛੇ ਹੋ ਕੇ। ਉਹ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਜਿਹੜੇ ਮਾਤਾ ਜੀ ਸਨ, ਉਹ ਉਹਨਾਂ ਨੂੰ ਮਜਬੂਰ ਬੱਚਿਆਂ ਚ ਬੈਠੋ, ਬੱਚਿਆਂ ਚ ਬੈਠੋ, ਇਸ ਤਰ੍ਹਾਂ ਕਰਕੇ ਬਿਠਾਉਂਦੇ ਸਨ ਤੇ ਉਹ ਬੈਠਦੇ ਸੀ। ਤੇ ਮੈਂ ਕੁਦਰਤੀ ਬਜ਼ੁਰਗਾਂ ਚ ਹੀ ਵੱਡੀ ਹੋਈ ਸੀ। ਮੇਰੇ ਪੇਰੈਂਟਸ ਬੜੇ ਪਾਰਟੀ ਦੇ ਕੰਮਾਂ ਚ, ਕਮਿਊਨਿਸਟ ਪਾਰਟੀ ਸਨ, ਤੇ ਉਹ ਹੋਲ ਟਾਈਮਰਾਂ ਵਾਂਗੀ ਸਾਰਾ ਦਿਨ ਹੀ ਗਏ ਰਹਿੰਦੇ ਸੀ। ਤੇ ਮੈਂ ਆਪਣੇ ਬਜ਼ੁਰਗਾਂ ਕੋਲ ਪਲੀ ਹਾਂ। ਤੇ ਮੈਨੂੰ ਬੜੇ ਕੁਦਰਤੀ ਲੱਗਾ ਉਹਨਾਂ ਨਾਲ ਗੱਲਬਾਤ ਕਰਨਾ, ਤੇ ਮੈਂ ਉਹਨਾਂ ਨੂੰ ਕਹਾਣੀ ਦੱਸਣ ਲੱਗ ਪਈ। ਤੇ ਵੀ ਇੱਥੇ ਹੁਣ ਇਹ ਚੱਲ ਰਿਹਾ, ਇਹ ਚੱਲ ਰਿਹਾ। ਤੇ ਬਾਅਦ ਚ ਉਹਨਾਂ ਦੀ ਆਦਤ ਹੈ ਕੰਪਲੀਮੈਂਟ ਕਰਨ। ਜੀ, ਤੇ ਉਹ ਕੰਪਲੀਮੈਂਟ ਦਿੱਤਾ, ਕਹਿੰਦੇ ਤੁਸੀਂ ਬੜੀ ਅੱਛੀ ਕਹਾਣੀ ਸੁਣਾਉਂਦੇ ਹੋ। ਤੇ ਵਾਹ! ਇਹ ਇੱਕ ਅੱਛੀ ਮੈਨੂੰ। ਦੂਸਰੀ ਜੀ, ਗੱਲ ਹੋਈ ਕਿ ਜਦੋਂ ਫਿਰ ਮੇਰੀ ਸ਼ਾਦੀ ਹੋਈ ਅਗਸਤ 70 ਸੌਰੀ ਮਈ 77 ਚ। ਤੇ ਜਦੋਂ ਅਸੀਂ ਪ੍ਰੀਤਨਗਰ ਮਤਲਬ ਪਹਿਲੀ ਵਾਰ ਮੈਂ ਸ਼ਾਦੀ ਤੋਂ ਬਾਅਦ ਏਦਾਂ ਗਈ ਹਾਂ, ਸਮਝ ਲਓ ਡੋਲੀ ਜਿੱਦਾਂ ਆਪਾਂ ਕਹਿੰਦੇ। ਤੇ ਦਾਰ ਜੀ ਦਾ ਘਰ ਅਲੱਗ ਹੈ ਤੇ ਮੇਰੇ ਫਾਦਰ ਲੋ ਮਦਰ ਇਨ ਲੋ ਦਾ ਅਲੱਗ ਸੀ, ਦੋਨਾਂ ਨੇੜੇ ਨੇੜੇ। ਤੇ ਉਹ ਹਾਲੇ ਸਾਰੇ ਲੋਕ ਪਿੱਛੇ ਰਹਿ ਗਏ, ਅਸੀਂ ਪਹਿਲਾਂ ਪਹੁੰਚ ਗਏ। ਤੇ ਮੈਂ ਦਾਰ ਗੁਰਬਖਸ਼ ਸਿੰਘ ਉਹਨਾਂ ਦੇ ਘਰ ਗਈ ਤੇ ਉਹ ਉਤਰੇ ਪੌੜੀਆਂ, ਜਿਹੜਾ ਦਰਵਾਜ਼ਾ ਉਹਨਾਂ ਦਾ ਮੇਨ ਹੈ, ਬਾਹਰ ਆਏ ਤੇ ਮੈਂ ਪੈਰੀਂ ਹੱਥ ਲਾਏ ਤੇ ਮੈਨੂੰ ਕਹਿੰਦੇ ਨੇ ਧੀ ਬਣ ਕੇ ਰਹੋ। ਸੋ ਇਹ ਹੂੰ, ਉਹਨਾਂ ਦਾ ਆਸ਼ੀਰਵਾਦ ਵੀ ਸੀ, ਤੇ ਇਸ ਤਰੀਕੇ ਨਾਲ ਉਹਨਾਂ ਨੇ ਨਸੀਹਤ ਵੀ ਦਿੱਤੀ ਤੇ ਇਸ ਤਰੀਕੇ ਨਾਲ ਇੱਕ ਅਪਣਾਇਆ। ਬਹੁਤ ਉਹ ਇਹ ਮੈਨੂੰ ਲਫ਼ਜ਼ ਜਿਹੜੇ ਨੇ ਬੜੇ ਅੱਛੇ ਲੱਗੇ। ਯਾਦ ਰਹਿਣਗੇ। ਇਸ ਜੀ, ਤਰ੍ਹਾਂ ਦੀ ਖੂਬਸੂਰਤੀ ਉਹਨਾਂ ਦੇ ਵਿੱਚ ਇੱਕ ਹੈ ਸੀ। ਜੀ। ਹਾਂਜੀ। ਅ, ਪ੍ਰੀਤਨਗਰ, ਪ੍ਰੀਤਾਂ ਦਾ ਨਗਰ, ਜਿਹਦੀ ਸਿਰਜਣਾ ਉਹਨਾਂ ਨੇ ਕੀਤੀ। ਉੱਥੇ ਜਵਾਹਰ ਲਾਲ ਨਹਿਰੂ ਹੁਣੀ ਵੀ ਗਏ ਸਨ। ਜਵਾਹਰ ਲਾਲ ਜੀ, ਨਹਿਰੂ ਹੁਣਾਂ ਨੇ ਉਹਨੂੰ ਇੱਕ ਡ੍ਰੀਮ ਟਾਊਨਸ਼ਿਪ ਦੱਸਿਆ ਸੀ। ਜੀ, ਨੋਰਾ ਰਿਚਰਡ ਹੁਣਾਂ ਨੇ ਕਿਹਾ ਸੀ ਕਿ ਇਟ ਇਜ਼ ਐਨ oasis in more ways than one। ਔਰ ਮੇਰੇ ਖਿਆਲ ਰਵਿੰਦਰਨਾਥ ਟੈਗੋਰ ਉਹਨਾਂ ਨੇ ਹੁਣਾਂ ਕਿਹਾ ਨੇ ਕਿ ਕਿਹਾ ਸੀਗਾ। ਰਸਤਾ ਹੀ, ਹਾਂ, ਜੀ, ਰਸਤਾ ਰਵਿੰਦਰਨਾਥ ਹੀ ਬੜਾ ਟੈਗੋਰ ਹੁਣਾਂ ਨੇ ਮੁਸ਼ਕਿਲ ਵੀ ਹੈ। ਮੇਰੇ ਖਿਆਲ ਕਿਹਾ ਸੀਗਾ ਕਿ ਪ੍ਰੀਤਨਗਰ ਸ਼ਾਂਤੀ ਨਿਕੇਤਨ ਦੀ ਭੈਣ ਭਰਾ ਨੇ। ਜੀ, ਬਹੁਤ ਸਾਰੇ ਲੋਕਾਂ ਨੇ ਪ੍ਰੀਤਨਗਰ ਬਾਰੇ ਗੱਲਾਂ ਕਹੀਆਂ, ਔਰ ਉਹੀ ਉਹ ਧਰਤੀ ਹੈ ਜਿੱਥੇ ਸ਼ਾਇਦ ਬਲਵੰਤ ਗਾਰਗੀ ਹੁਣਾਂ ਨੇ ਬੈਠੇ ਸਾਂਝਾ ਚੁੱਲ੍ਹਾ ਵੀ ਲਿਖਿਆ, ਔਰ ਨਾਨਕ ਸਿੰਘ ਹੁਣਾਂ ਨੇ ਚਿੱਟਾ ਲਹੂ ਲਿਖਿਆ, ਔਰ ਬਹੁਤ ਸਾਰੇ ਹੋਰ ਜਿਹੜੇ ਉਥੇ ਲੇਖਕ ਰਹੇ ਨੇ, ਉਹਨਾਂ ਨੇ ਬਹੁਤ ਕੁਝ ਲਿਖਿਆ। ਮੈਂ ਜਾਣਨਾ ਚਾਹੁੰਦਾ ਹੈ ਪ੍ਰੀਤਨਗਰ ਬਾਰੇ ਥੋੜਾ ਜਿਹਾ ਹਿਸਟੋਰੀਕਲ ਪਰਸਪੈਕਟਿਵ ਦੱਸੋ, ਤੇ ਤੁਸੀਂ ਆਪਣਾ ਤਜਰਬਾ ਉੱਥੇ ਦਾ ਪਹਿਲਾ ਇੰਪ੍ਰੈਸ਼ਨ ਔਰ ਅੱਜ ਦੇ ਬਾਰੇ ਦੱਸੋ। ਮੈਂ ਇਹੀ ਪਹਿਲਾਂ ਤਾਂ ਇਹ ਕਹਾਂ ਕਿ ਦੇਖੋ ਸਾਡੇ ਸਭ ਦਾ ਇੱਕ ਬੜਾ ਸਾਂਝਾ ਇਹ ਵਿਰਸਾ ਹੈ। ਤੇ ਅਸੀਂ ਸਭ ਕਿੰਨੇ ਮਤਲਬ ਪੰਜਾਬ ਜਿੱਥੇ ਗੁਰੂ ਨਾਨਕ ਹੋਏ, ਗੁਰੂ ਨਾਨਕ ਨੇ ਕਿੰਨੇ ਵੱਡੀਆਂ ਸਾਡੇ ਲਈ ਯਾਨੀ ਕਿ ਰਾਹਾਂ ਖੋਲੀਆਂ, ਕਿੰਨਾ ਕੁਝ ਖੋਲਿਆ ਅਸਮਾਨ ਤੇ ਧਰਤੀ। ਇਸੇ ਤਰੀਕੇ ਦੇ ਨਾਲ ਚੱਲਦਿਆਂ ਚੱਲਦਿਆਂ ਉਸ ਰਵਾਇਤ ਦੇ ਵਿੱਚ ਇਹ ਚੀਜ਼ਾਂ ਅੱਗੇ ਆਈਆਂ ਜੋ ਸਾਨੂੰ ਹੋਰ ਰਾਹਤਾਂ ਮਿਲੀਆਂ। ਸਾਡੇ ਸਾਹਿਤ ਦੇ ਵਿੱਚ ਗੁਰਬਖਸ਼ ਸਿੰਘ ਹੋਰਾਂ ਦੀ ਆਉਣ ਦੇ ਨਾਲ ਇੱਕ ਪੂਰਾ ਯੋਗੀ ਨਵਾਂ ਕਿਸਮ ਦਾ ਖੁੱਲ ਗਿਆ। ਸੋ ਇਹ ਲੋਕ ਸਭ ਜੁੜੇ ਪ੍ਰੀਤਨਗਰ ਦੇ ਨਾਲ, ਤੇ ਉੱਥੇ ਦੀ ਜਿਹੜੀ ਮਿੱਟੀ ਹੈ, ਉੱਥੇ ਦੇ ਜਿਹੜੇ ਮਤਲਬ ਮਾਹੌਲ ਹੈ, ਉਹਦੇ ਵਿੱਚ ਅਜੇ ਵੀ ਜੀ। ਜਿਸ ਤਰ੍ਹਾਂ ਕਿ ਔਰਤ ਲਈ ਇੱਜ਼ਤ ਹੈ ਕਿ ਉਹ ਕੰਮ ਕਰ ਰਹੀ ਹੈ ਤੇ ਕੋਈ ਹੋਰ ਕੋਈ ਕੰਮ ਕਰ ਬੈਠੀ ਹੈ, ਇਹਨੂੰ ਕੰਮ ਕਰਨ ਦਿਓ। ਮਤਲਬ ਹੂੰ, ਕਿੰਨਾ ਹੀ ਕੁਝ ਹੈ ਜੋ ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੇ ਨਾਲ ਜੁੜਿਆ ਹੋਇਆ ਹੈ। ਸੋ ਉਹ ਸਭ ਕੁਝ ਉਹ ਅੱਖਰ ਦੇ ਲਈ ਇੱਕ ਜਿਹਨੂੰ ਕਹਿੰਦੇ ਇੱਜ਼ਤ, ਤੇ ਖਿਆਲ ਲਈ, ਬੈਠ ਕੇ ਗੱਲ ਕਰਨ ਲਈ ਇੱਕ ਇੱਜ਼ਤ, ਇਸ ਤਰ੍ਹਾਂ ਦਾ ਬੜਾ ਹੀ ਕੁਝ। ਲੇਕਿਨ ਉਸ ਤੋਂ ਵੀ ਮੈਨੂੰ ਇੱਕ ਗੱਲ ਬੜਾ ਕਹਿਣਾ ਚਾਹੁੰਦੀ ਹਾਂ ਮੈਂ ਕਿ ਜੇ ਗੁਰਬਖਸ਼ ਸਿੰਘ ਹੋਰਾਂ ਦੇ ਨਾਲ ਤੁਸੀਂ ਸਮਝ ਲਓ ਬਾਹਰ ਬੈਠੇ ਹੋ ਤੇ ਕੁਰਸੀਆਂ ਢਾਹ ਕੇ ਬੈਠੇ ਨੇ ਸਭ ਧੁੱਪੇ ਜਾਂ ਉਸ ਤਰ੍ਹਾਂ, ਤੇ ਮੈਂ ਹੈਰਾਨ ਹੁੰਦੀ ਸੀ ਕਿ ਇਹ ਲੋਕ ਸਾਹਿਤ ਦੀ ਗੱਲ ਤੇ ਨਹੀਂ ਕਰ ਰਹੇ, ਤੇ ਹੂੰ, ਉਹਨਾਂ ਦਾ ਜਿਹੜਾ ਇੰਟਰਸਟ ਸੀਗਾ ਉਹ ਇਹ ਬੂਟਾ ਕਦੋਂ, ਇਹਦੇ ਵਿੱਚ ਹੁਣ ਕੀ ਪਾਇਆ ਜਾਏਗਾ। ਸੋ ਮਤਲਬ ਕਿ ਪ੍ਰੈਕਟੀਕਲ ਆਲੇ ਦੁਆਲੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਮੈਂ ਦੇਖਿਆ। ਸੋ ਇਹ ਵੀ ਮੈਨੂੰ ਅੱਛਾ ਲੱਗਾ ਕਿ ਕੁਦਰਤ ਦੇ ਨਾਲ
ਬਹੁਤ ਨੇੜਤਾ ਦੇ ਵਿੱਚ ਇੱਕ ਇੱਕ ਆਈਲੈਂਡ ਬਣਾ ਲੈਣਾ, ਜਿਹਦੇ ਵਿੱਚ ਕਿ ਇਹ ਸਾਰਾ ਕੁਝ ਇਹ ਸਾਰਾ ਕੁਝ ਯਾਨੀ ਕਿ ਦੇ ਨਾਲ ਸੰਬੰਧ ਬੜਾ ਕੁਦਰਤੀ ਜਾਪਦਾ ਸੀ ਕਿ ਬੱਚਿਆਂ ਲਈ ਕੀ ਥਾਂ ਹੋਵੇ, ਔਰਤਾਂ ਲਈ ਕੀ ਥਾਂ ਹੋਵੇ, ਬਜ਼ੁਰਗਾਂ ਲਈ ਕਿਸ ਤਰ੍ਹਾਂ ਹੋਵੇ, ਕਿਸ ਤਰ੍ਹਾਂ ਦੇ ਅਸੂਲ ਬਣਨ, ਨਵੇਂ ਖਿਆਲ ਕੀ ਨੇ, ਨਵੀਆਂ ਗੱਲਾਂ ਕੀ ਆ ਰਹੀਆਂ, ਸਾਨੂੰ ਕੀ ਸਮਝਣਾ ਚਾਹੀਦਾ, ਕੀ ਪੜ੍ਹਨਾ ਚਾਹੀਦਾ। ਇਸ ਤਰ੍ਹਾਂ ਦਾ ਜੀ ਕੁਦਰਤੀ ਹੈ ਕਿ ਉੱਥੇ ਇਹ ਸਾਰੇ ਲੋਕਾਂ ਲਈ ਇੱਕ ਥਾਂ ਸੀ। ਜੀ ਇਹ ਤੇ ਇਸ ਦੇ ਨਾਲ ਜ਼ਾਹਿਰ ਹੈ ਮੈਂ ਕਿ ਸੌਰੀ ਜਿਹੜੇ ਕਹਿਣਾ, ਇੰਨੇ ਵੱਡੇ ਇਨਸਾਨ ਹੁੰਦੇ ਨੇ ਉਹ ਇੱਕ ਔਰਤ ਦੀ ਇੱਜ਼ਤ ਕਰਦੇ ਨੇ ਔਰ ਕਰਨੀ ਵੀ ਚਾਹੀਦੀ ਹੈ, ਔਰ ਬੜੀ ਵੱਡੀ ਪਹਿਚਾਨ ਹੈ ਬੜਪਨ ਦੀ ਹੈ ਉਹ। ਇੱਥੇ ਮੈਂ ਇੱਕ ਗੱਲ ਕਹਿਣਾ ਜੀ ਚਾਹਾਂਗੀ ਕਿ ਅਸੀਂ 100ਵਾਂ ਜਨਮ ਦਿਨ ਦੇ ਉੱਤੇ ਇੱਕ ਸੈਮੀਨਾਰ ਕੀਤਾ ਸੀ, 2-3 ਦਿਨ ਦਾ ਇੱਕ ਫੰਕਸ਼ਨ, ਯਾਨੀ ਕਿ 1995 ਚ। ਤੇ ਉਸ ਵੇਲੇ ਇੱਕ ਸੁਨੇਹਾ ਆਇਆ ਸੀਗਾ ਆਪਣੇ ਬਹੁਤ ਵੱਡੇ ਰਾਈਟਰ ਜਿਹੜੇ ਨੇ, ਇਸ ਵੇਲੇ ਇੱਕਦਮ ਮੈਨੂੰ ਨਾਮ ਉਹਨਾਂ ਦਾ, ਅੰਗਰੇਜ਼ੀ ਚ ਵੀ ਲਿਖਦੇ ਨੇ, ਪੰਜਾਬੀ ਚ ਵੀ, ਮੁਲਕ ਰਾਜ ਆਨੰਦ ਦੇ ਬਾਰੇ। ਮੁਲਕ ਰਾਜ ਤੇ ਆਨੰਦ ਉਹਨਾਂ ਜੀ ਨੇ ਕਿਹਾ ਕਿ ਟੈਗੋਰ ਦੇ ਵਾਰਿਸਾਂ ਦੇ ਵਿੱਚ ਮੈਂ ਗੁਰਬਖਸ਼ ਸਿੰਘ ਨੂੰ ਗਿਣਦਾ। ਉਹਨਾਂ ਨੇ 4 ਵਾਰਿਸ ਗਿਣਾਏ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਜਿਹੜੇ ਨੇ ਉਹ ਗੁਰਬਖਸ਼ ਸਿੰਘ ਲਈ ਆਲ ਇੰਡੀਆ ਦੇ ਵਿੱਚ 4 ਗਿਣਾਏ, ਤੇ ਉਹ ਇੱਕ ਉਹਨਾਂ ਨੇ ਟੈਗੋਰ ਦੇ ਵਾਰਿਸ ਵਾਂਗ ਉਹਨਾਂ ਨੂੰ ਕਿਹਾ। ਯਾਨੀ ਬਹੁਤ ਕਿ ਮੈਂ ਇਸਦਾ ਅੰਦਾਜ਼ਾ, ਮਤਲਬ ਕਿ ਨਰੋਈ ਸੋਚ, ਪੋਇਟਿਕ ਤਰੀਕੇ ਦੇ ਨਾਲ ਸੋਚ ਸਕਣਾ ਤੇ ਜਜ਼ਬੇ ਨੂੰ ਥਾਂ ਦੇਣੀ, ਇਹਨਾਂ ਨਾਲ ਜੋੜਦੀ ਹਾਂ। ਇਹ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਪੂਨਮ ਜੀ ਕਹਿ ਰਹੇ ਹੋ। ਇਸ ਬਾਰੇ ਮੈਂ ਵੀ ਪੜ੍ਹਿਆ ਹੈ ਕਿ ਮੁਲਕ ਰਾਜ ਆਨੰਦ ਹੋਣਾ ਨੇ ਇਹ ਕਿਹਾ ਸੀ ਕਿ ਟੈਗੋਰ ਸਾਹਿਬ ਨੇ ਕਿਹਾ ਸੀ ਕਿ ਮੇਰੀ ਲੈਗੇਸੀ ਨੂੰ ਇੰਡੀਆ ਦੇ ਵਿੱਚ 4 ਲੋਕ ਜਿਹੜੇ ਨੇ ਅੱਗੇ ਵਧਾ ਰਹੇ ਨੇ, ਉਹਨਾਂ ਦੇ ਵਿੱਚੋਂ ਸਰਦਾਰ ਗੁਰਬਖਸ਼ ਸਿੰਘ ਹੁਣੀ ਇੱਕ ਨੇ। ਜੀ ਬਹੁਤ ਵੱਡੀ ਗੱਲ ਹੈ। ਮੈਂ ਹਾਲਾਂਕਿ ਸਾਡੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਸਾਡੇ ਨਾਲ ਔਰ ਬਹੁਤ ਸਾਰੇ ਲੋਕ ਜਿਹੜਾ ਕਿ ਇਹ ਪ੍ਰੋਗਰਾਮ ਦੇਖਣਗੇ, ਉਹਨਾਂ ਨੂੰ ਪ੍ਰੀਤ ਲੜੀ ਬਾਰੇ ਬਹੁਤ ਕੁਝ ਪਤਾ ਹੈ, ਪਰ ਫਿਰ ਵੀ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਣਾ ਦੀਆਂ 4 ਬੇਟੀਆਂ ਸਨ, ਉਮਾ ਹੁਣੀ, ਉਰਮਲਾ ਹੁਣੀ, ਪ੍ਰਿਤਮਾ ਔਰ ਅਨਸੂਆ, ਔਰ 2 ਬੇਟੇ ਸਨ, ਨਵਤੇਜ ਸਿੰਘ ਹੁਣੀ ਔਰ ਹਿਰਦੇਪਾਲ। ਜਿਹੜੇ ਨਵਤੇਜ ਸਿੰਘ ਸਨ ਉਹ ਪੂਨਮ ਹੁਣਾ ਦੇ ਫਾਦਰ ਇਨ ਲਾਅ ਸਨ। ਪੂਨਮ ਜੀ, ਪ੍ਰੀਤਨਗਰ ਗੁਰਬਖਸ਼ ਸਿੰਘ ਹੁਣਾਂ ਦੀ ਵੱਡੀ ਬੇਟੀ ਉਮਾ ਜੀ, ਮੇਰਾ ਖਿਆਲ ਉਹਨਾਂ ਨੂੰ ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਹੋਣ ਦਾ ਮਾਣ ਵੀ ਹੋਇਆ, ਔਰ ਮੈਂ ਉਹ ਤਸੱਵੁਰ ਵਿੱਚ ਸੋਚ ਰਿਹਾ ਸੀ ਉਹ ਇੱਕ ਤਲਾਬ ਜਿਹਦੀਆਂ ਪੌੜੀਆਂ ਤੇ ਬੈਠ ਕੇ ਗੁਰਬਖਸ਼ ਸਿੰਘ ਹੁਣੀ ਨਾਟਕ ਕਰਵਾਇਆ ਕਰਦੇ ਸਨ। ਕੀ ਉਹ ਤਲਾਬ ਅੱਜ ਦੇ ਦਿਨ ਵੀ ਹੈ? ਔਰ ਇਹ ਸਵਾਲ ਜਵਾਬ ਪੁੱਛਣ ਤੋਂ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਬਾਕੀਆਂ ਨੂੰ ਮੈਂ ਦੱਸਦਾ ਜਾਵਾਂ ਕਿ ਇਹ ਉਹ ਵਕਤ ਸੀ ਜਦੋਂ ਕਿ ਉਮਾ ਗੁਰਬਖਸ਼ ਸਿੰਘ ਹੁਣਾਂ ਤੋਂ ਔਰ ਬਾਕੀ ਭੈਣਾਂ ਤੋਂ ਇਲਾਵਾ ਅਚਲਾ ਸਚਦੇਵ, ਜਿਹੜੇ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਆਏ ਨੇ, ਉਹਨਾਂ ਦਾ ਨਾਂ ਰਜਿੰਦਰ ਕੌਰ ਸੀ, ਔਰ ਉਹਨਾਂ ਦੀਆਂ 2 ਹੋਰ ਭੈਣਾਂ ਸਨ, ਸੰਪੂਰਨ ਕੌਰ ਤੇ ਮੇਰਾ ਖਿਆਲ ਆਗਿਆ ਕੌਰ। ਉਹ ਸਰਦਾਰ ਜਨਰਲ ਜਿਹੜੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਿਬ ਸਨ, ਉਹਨਾਂ ਦੀਆਂ ਭੈਣਾਂ ਸਨ। ਸ਼ਾਇਦ ਬਹੁਤ ਲੋਕਾਂ ਨੂੰ ਇਸ ਚੀਜ਼ ਦਾ ਨਾਂ ਪਤਾ ਹੋਵੇ। ਬਾਅਦ ਦੇ ਵਿੱਚ ਅਚਲਾ ਸਚਦੇਵ ਹੁਣੀ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਰਹੇ, ਔਰ ਇਹ ਉਹ ਵਕਤ ਸੀ ਜਦੋਂ ਕਿ ਉਮਾ ਗੁਰਬਖਸ਼ ਸਿੰਘ ਹੁਣਾਂ ਨੇ ਰਾਜਕੁਮਾਰੀ ਲਟਿਕਾ, ਸ਼ਾਇਦ ਇੱਕ ਨਾਟਕ ਸੀ ਜਿਹਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕੀਤਾ ਸੀ ਉਸ ਬਾਰੇ। ਔਰ ਮੈਂ ਇੱਕ ਚੀਜ਼ ਉਹਦੇ ਬਾਰੇ ਤੁਹਾਡੇ ਕੋਲੋਂ ਹੋਰ ਵੀ ਜਾਣਨਾ ਚਾਹਨਾ ਕਿ ਉਹਦੇ ਵਿੱਚ ਸ਼ਾਇਦ ਬਾਅਦ ਦੇ ਵਿੱਚ ਜਦੋਂ ਰੰਗਮੰਚ ਕਰਦੇ ਹੁੰਦੇ ਸੀ ਤੇ ਕੋਈ ਸੈਡੀਸ਼ਨ ਚਾਰजेस ਲੱਗੇ ਸੀ, ਜਿਹੜਾ ਕਿ ਖੁਸ਼ਵੰਤ ਸਿੰਘ ਹੁਣਾਂ ਨੇ ਬਾਅਦ ਦੇ ਵਿੱਚ ਬੇਲ ਆਊਟ ਕਰਵਾਇਆ ਸੀ। ਸੋ ਇਹ ਥੋੜਾ ਜਿਹਾ ਤੁਸੀਂ ਸਾਨੂੰ ਪਲੀਜ਼ ਦੱਸੋ। ਹਾਂਜੀ, ਪਹਿਲਾਂ ਤਾਂ ਮੈਂ ਸੈਡੀਸ਼ਨ ਚਾਰजेस ਬਾਰੇ, ਕਿ ਆਜ਼ਾਦੀ ਦੇ ਵੇਲੇ, ਆਜ਼ਾਦੀ ਦੇ ਸੰਘਰਸ਼ ਦੇ ਵੇਲੇ ਇੱਕ ਗੀਤ ਇਹਨਾਂ ਭੈਣਾਂ ਨੇ ਤੇ ਹੋਰ ਸਾਰੀਆਂ ਸਭ ਲੋਕਾਂ ਨੇ ਰਲ ਕੇ ਗਾਉਂਦੀਆਂ ਸਨ, ਹੁੱਲੇ ਹੁਲਾਰੇ ਦਾ ਹੈ ਲੋਕ ਗੀਤ, ਉਹਦੇ ਉੱਤੇ ਬਣਾਇਆ ਹੋਇਆ ਸੀ ਅੰਗਰੇਜ਼ਾਂ ਦੇ ਖਿਲਾਫ ਕੁਝ ਲਾਈਨਾਂ ਜੋੜ ਕੇ। ਸੋ ਇਹਨੂੰ ਪੈਟਰੀਓਟਿਕ ਸੌਂਗਸ ਕਹਿ ਸਕਦੇ ਹੋ ਤੇ ਅੰਦੋਲਨਕਾਰੀ ਸੌਂਗ ਕਹਿ ਸਕਦੇ ਹੋ, ਉਸ ਤਰ੍ਹਾਂ ਗਾਇਆ, ਜਿਹਦੇ ਕਰਕੇ ਕਿ ਪਬਲਿਕਲੀ ਗਾਇਆ ਕਿਸੇ ਜਲਸੇ ਵਿੱਚ, ਜਿਸ ਕਰਕੇ ਕਿ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਸਨ ਇਹਨਾਂ ਸਭ ਨੌਜਵਾਨ ਕੁੜੀਆਂ ਨੂੰ। ਹਾਂਜੀ, ਸੋ ਜੋ ਤੁਸੀਂ ਕਹਿ ਰਹੇ ਹੋ ਰਾਜਕੁਮਾਰੀ ਲਤਿਕਾ ਗੁਰਬਖਸ਼ ਸਿੰਘ ਹੋਰਾਂ ਦਾ ਹੀ ਲਿਖਿਆ ਹੋਇਆ ਨਾਟਕ ਹੈ, ਤੇ ਜਦੋਂ ਕਰਾ ਰਹੇ ਸਨ ਨਿਰਦੇਸ਼ਨ ਦੇਣਾ ਸੀ ਉਹਦਾ, ਤੇ ਹੀਰੋ ਨਵਤੇਜ ਸਿੰਘ ਬਣਾਏ ਤੇ ਹੀਰੋਇਨ ਕੋਈ ਲੱਭ ਨਹੀਂ ਸੀ ਰਹੀ, ਜਿਸ ਦੇ ਵਾਸਤੇ ਕਿ ਉਹਨਾਂ ਦੀ ਸਿਸਟਰ ਨੂੰ ਹੀ ਫਿਰ ਰੋਲ ਕਰਨਾ ਪਿਆ ਕਹਿ ਲੋ, ਤੇ ਉਹਨਾਂ ਨੇ ਫਿਰ ਉਹ ਰੋਲ ਨਿਭਾਇਆ। ਉਮਾ ਜੀ ਉਸ ਤਰ੍ਹਾਂ ਵੀ ਕਾਫੀ ਗੁਣਵਾਨ ਸਨ, ਉਹਨਾਂ ਨੂੰ ਐਮਬਰਾਇਡਰੀ ਹੋਰ ਕਈ ਤਰ੍ਹਾਂ ਦੇ ਬਹੁਤ ਅੱਛੇ ਸ਼ੌਕ ਸਨ, ਤੇ ਬੜੀ ਆਜ਼ਾਦ ਖਿਆਲੀ ਨਾਲ ਸੋਚ ਸਕਦੇ ਸਨ, ਬੜੇ
ਮੈਂ ਲਿਖਿਆ ਉਹਨਾਂ ਦੇ ਬਾਰੇ, ਉਹਨਾਂ ਦੀ ਡੈਥ ਤੋਂ ਬਾਅਦ ਵੀ ਮੈਂ ਉਹਨਾਂ ਦਾ ਸਿਰ ਕਿਤੇ ਝੁਕਦੇ ਨਹੀਂ ਦੇਖਿਆ। ਉਹ ਸਮਝਦੇ ਸਨ ਵੀ ਇਹ ਸਹੀ ਹੈ, ਉਹਦੇ ਨਾਲ ਪੂਰੀ ਤਰ੍ਹਾਂ ਖਲੋਂਦੇ ਸਨ। ਸੁਮੀਤ ਦੇ ਜਾਣ ਤੋਂ ਬਾਅਦ ਇੱਕ ਵਾਰੀ ਕੋਈ ਫੰਕਸ਼ਨ ਸੀ ਫੈਮਿਲੀ ਦੇ ਵਿੱਚ, ਤੇ ਉਹ ਮੈਨੂੰ ਲੱਗਾ ਕਿ ਮੈਂ ਥੋੜੀ ਪਿੱਛੇ ਹੋ ਜਾਵਾਂ, ਮੇਰੇ ਨਾਲ ਤੇ ਬੜੀ ਮਤਲਬ ਕਿ ਸ਼ਗਨੀ ਜੀ ਹੋਈ ਹੈ, ਤੇ ਉਹਨਾਂ ਨੇ ਬੜਾ ਅੱਗੇ ਆ ਕੇ ਨਹੀਂ ਤੂੰ ਇਹ ਪਕੜ, ਤੇ ਸਗੋਂ ਅੱਗੇ ਲਗਾ ਕੇ, ਯਾਨੀ ਕਿ ਇਸ ਤਰ੍ਹਾਂ ਦੇ ਇਨਸਾਨ ਸਨ ਜੋ ਸਾਥ ਦੇਣ ਵਾਲੇ, ਹੱਕਾਂ ਲਈ ਖੜਨ ਵਾਲੇ, ਇਸ ਤਰ੍ਹਾਂ ਦੇ ਸਨ। ਜੀ। ਇਹਦੇ ਵਿੱਚ ਤੁਸੀਂ ਵਿਮਨ ਰਿਸਪੈਕਟ ਦੀ ਗੱਲ ਕੀਤੀ ਸੀ, ਔਰ ਉਹ ਟਾਈਮ ਸੀ ਜਦੋਂ ਮੈਨੂੰ ਯਾਦ ਹੈ ਕਿ ਮੈਂ ਪੜ੍ਹਿਆ ਕਿ ਖੁਸ਼ਵੰਤ ਸਿੰਘ ਹੁਰੀ ਲਾਹੌਰ ਹਾਈ ਕੋਰਟ ਸ਼ਾਇਦ ਪ੍ਰੈਕਟਿਸ ਕਰਦੇ ਹੁੰਦੇ ਸੀ ਜਦੋਂ ਇਹ ਸੈਡੀਸ਼ਨ ਚਾਰजेस ਲੱਗੇ ਨੇ, ਔਰ ਉਹਨਾਂ ਨੇ ਪੈਟੀਸ਼ਨ ਕੀਤੀ ਸੀ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਇੱਕ ਵਿਮਨ ਸੈੱਲ ਹੈ ਹੀ ਨਹੀਂ, ਤੇ ਅੱਛਾ ਤੁਸੀਂ ਜੀ। ਉਮਾ ਹੁਣਾਂ ਨੂੰ ਜਾਂ ਬਾਕੀਆਂ ਨੂੰ ਜਿਹੜੇ ਫੀਮੇਲਸ ਨੇ ਉਹਨਾਂ ਨੂੰ ਕਿੱਥੇ ਰੱਖੋਗੇ, ਔਰ ਉਸੇ ਪਲੀ ਤੇ ਅੰਗਰੇਜ਼ਾਂ ਨੇ ਫਿਰ ਉਹਨਾਂ ਨੂੰ ਬਰੀ ਕਰ ਦਿੱਤਾ ਸੀ। ਜੀ। ਠੀਕ ਹੈ ਜੀ, ਠੀਕ ਤੁਸੀਂ ਹੈ। ਸੁਮੀਤ ਹੋਣਾ ਦਾ ਜ਼ਿਕਰ ਕੀਤਾ, ਔਰ ਜ਼ਾਹਿਰ ਹੈ ਕਿ ਜ਼ਿਕਰ ਕਰਨਾ ਬਣਦਾ ਵੀ ਹੈ, ਔਰ ਮੈਂ ਤੁਹਾਡੀ ਭਾਵੁਕਤਾ ਸਮਝ ਵੀ ਸਕਦਾ ਹਾਂ। ਜੀ ਜਦੋਂ ਸੁਮੀਤ ਹੁਣੀ ਚਲੇ ਗਏ 1984 ਦੇ ਵਿੱਚ, ਜ਼ਾਹਿਰ ਹੈ ਕਿ ਉਹ ਵਕਤ ਤੁਹਾਡੇ ਲਈ ਇੱਕ ਬਹੁਤ ਹੀ ਨਾਜ਼ੁਕ ਵਕਤ ਸੀ। ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਨਵਤੇਜ ਹੁਣੀ ਐਡੀਟਰ ਰਹੇ ਆਪਣੀ ਪ੍ਰੀਤ ਲੜੀ ਦੇ। ਜੀ ਫਿਰ ਸੁਮੀਤ ਹੁਣਾਂ ਨੇ ਬੜੇ ਬਖੂਬੀ ਨਾਲ ਉਹ ਰੋਲ ਨਿਭਾਇਆ। ਮੇਰਾ ਖਿਆਲ ਹੈ ਫੈਬਰਰੀ 1984 ਦੀ ਗੱਲ ਹੈ, ਅਗਰ ਮੈਂ ਨਹੀਂ ਮਿਸਟੇਕਨ, ਤੇ ਜਦੋਂ ਕਿ ਸੁਮੀਤ ਹੁਣੀ ਗਏ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਉਸ ਟਾਈਮ ਦੇ ਉੱਤੇ ਤੁਸੀਂ ਯੂ ਵਰ ਕੁਆਇਟ ਯੰਗ ਪੂਨਮ, ਐਂਡ ਉਹ ਇੱਕ ਰਿਸਪੌਂਸਿਬਿਲਿਟੀ ਨਿਭਾਣੀ ਔਰ ਆਪਣੇ ਜਜ਼ਬਾਤ ਨੂੰ ਵੀ ਬੈਲੈਂਸ ਕਰਨਾ, ਔਰ ਇੱਕ ਮੈਗਜ਼ੀਨ ਨੂੰ ਜਿਹਦਾ ਕਿ ਇੰਨਾ ਵੱਡਾ ਰੁਤਬਾ ਸੀ ਉਹਨੂੰ ਨਾਲ ਲੈ ਕੇ, ਔਰ ਫਿਰ ਤੁਸੀਂ ਰਤੀਕਾਂਤ ਹੋਣਾ ਨਾਲ ਮਿਲ ਕੇ ਆਪਣੇ ਮੋਢਿਆਂ ਦੇ ਉੱਤੇ ਇੰਨੀ ਵੱਡੀ ਰਿਸਪੌਂਸਿਬਿਲਿਟੀ ਚੁੱਕ ਕੇ ਜਦੋਂ ਤੁਰੇ, ਉਹ ਤੁਹਾਡੇ ਕੀ ਤਾਸੁਰਾਤ ਸਨ ਉਸ ਟਾਈਮ ਦੇ ਉੱਤੇ? ਪਲੀਜ਼ ਸਾਡੇ ਨਾਲ ਸਾਂਝੇ ਕਰੋ। ਜੀ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਐਡੀਟਿੰਗ ਦੇ ਨਾਲ ਮੇਰਾ ਕਾਲਜ ਤੋਂ ਸੰਬੰਧ ਸੀਗਾ, ਤੇ ਮੈਂ ਸ਼ਾਦੀ ਤੋਂ ਪਹਿਲਾਂ ਵੀ ਮੈਨੂੰ ਸੁਮੀਤ ਨੇ ਦੇਖਿਆ ਕਿ ਮੈਨੂੰ ਸ਼ੌਕ ਹੈ, ਤੇ ਮੈਨੂੰ ਟਰਾਂਸਲੇਸ਼ਨਸ ਨੂੰ ਕੁਝ ਭੇਜ ਦਿੰਦੇ ਸਨ, ਤੇ ਮੈਂ ਚੰਡੀਗੜ੍ਹ ਬੈਠੀ ਨੇ ਕਰਨਾ ਤੇ ਇਹਨਾਂ ਨੂੰ ਭੇਜਣੇ ਦੇਣੇ, ਕਿਸੇ ਦੇ ਹੱਥ ਭੇਜ ਦੇਣਾ ਜਾਂ ਕਿਸੇ ਵੀ ਤਰ੍ਹਾਂ। ਸੋ ਥੋੜਾ ਮੇਰਾ ਤਾਲਮੇਲ ਜੋ ਹੈ ਲਿਖਣ ਤੇ ਸਭ ਕੁਝ ਨਾਲ। ਇਸ ਤੋਂ ਇਲਾਵਾ ਸ਼ਾਦੀ ਤੋਂ ਬਾਅਦ ਵੀ ਮੈਂ ਐਜ਼ ਐਨ ਅਸਿਸਟੈਂਟ ਕਹਿ ਲਓ, ਤੇ ਮੈਨੂੰ ਸ਼ੌਕ ਹੈ ਕੰਮ ਕਰਨ ਦਾ, ਤੇ ਮੈਂ ਕਾਫੀ ਅਰਸੇ ਬੈਠ ਕੇ ਕੰਮ ਕਰਨ ਵਾਲੇ, ਮਤਲਬ ਪ੍ਰੂਫ ਪੜ੍ਹਨੇ, ਇਸ ਤਰ੍ਹਾਂ ਦੇ ਕੰਮ ਮੈਂ ਕਰ ਸਕਦੀ ਸੀ। ਸੋ ਉਹ ਇਸ ਕਰ ਜਦੋਂ ਇਸ ਤਰ੍ਹਾਂ ਹੁੰਦਾ ਹੈ, ਤੇ ਮੇਰੀ ਮਦਰ ਇਨ ਲਾਅ ਨੇ ਕਿਹਾ ਕਿ ਜੇ ਇਹ ਕਰਨਾ ਚਾਹੁੰਦੀ ਹੈ ਮੇਰੀ ਨੂੰਹ ਤੇ ਠੀਕ ਹੈ, ਨਹੀਂ ਤੇ ਮੈਂ ਪਰਚਾ ਫਿਰ ਬੰਦ ਕਰ ਦਿਆਂਗੀ। ਹੂੰ। ਤੋ ਉਸ ਤੋਂ ਪਹਿਲਾਂ ਹੀ ਮੇਰਾ ਤਾਂ ਇਰਾਦਾ ਹੈ ਹੀ ਸੀਗਾ ਕਿ ਮੈਂ ਇਹੀ ਕਰਨਾ ਚਾਹੁੰਦੀ ਹਾਂ। ਉਹਦੇ ਪਿੱਛੇ ਇੱਕ ਬੜੀ ਦਿਲਚਸਪ ਗੱਲ ਹੈ ਕਿ ਮੈਨੂੰ ਬਚਪਨ ਤੋਂ ਨਾ ਤੇ ਮੇਰਾ ਖਿਆਲ ਸੀ ਕਿ ਮੈਂ ਨਾਟਕ 'ਚ, ਯਾਨੀ ਮੈਨੂੰ ਲਿਖਣ ਦਾ ਨਹੀਂ ਸੀ ਪਤਾ, ਜਾਂ ਮੈਨੂੰ ਲੱਗਦਾ ਸੀ ਮੈਂ ਨਾਟਕ ਲਈ ਬਚਪਨ ਤੋਂ, ਤੁਹਾਨੂੰ ਮੈਂ ਸ਼ਾਇਦ ਪਹਿਲਾਂ ਥੋੜੀ ਜਿਹੀ ਗੱਲ ਹੋਈ ਸੀ, ਇਪਟਾ 'ਚ ਜੀ ਬੜਾ ਕੰਮ ਕੀਤਾ ਜੀ ਵਿਦ ਮਾਈ ਪੇਰੈਂਟਸ। ਏਜ 6 ਮੰਥਸ ਆਈ ਵਾਸ ਵਰਕਿੰਗ, ਤੇ ਮੈਨੂੰ ਥੋੜਾ ਨਾਟਕ ਦਾ, ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਂ ਵਿਆਹ ਤੋਂ ਪਹਿਲਾਂ ਵੀ ਕਿਹਾ ਕਿ ਨਹੀਂ, ਮੈਂ ਨਾ ਅਜੇ ਤੇ ਮੈਂ BA ਹੀ ਕੀਤਾ ਹੈ, ਤੇ ਮੈਂ ਨਾਟਕ ਪੜ੍ਹਨਾ ਚਾਹੁੰਦੀ ਹਾਂ। ਤੇ ਮੇਰੇ ਨਵਤੇਜ ਸਿੰਘ ਹੋਰਾਂ ਨੇ ਮੈਨੂੰ ਕਿਹਾ ਕਿ ਪਰ ਤੂੰ ਲਿਖ ਸਕਦੀ ਹੈ, ਤੇ ਮੈਨੂੰ ਉਹ ਗੱਲ ਕੋਈ ਜ਼ਿਆਦਾ ਨਹੀਂ ਲੱਗੀ। ਮੇਰੇ ਫਾਦਰ ਨੇ ਵੀ ਕਿਹਾ ਤੂੰ ਲਿਖ ਲੈਂਦੀ ਹੈ, ਉਹਨਾਂ ਨੇ ਤੈਨੂੰ ਡਾਇਰੀ ਲਿਖਦੀ ਹੈ, ਇਹ ਉਹ, ਤੈਨੂੰ ਲਿਖਣ ਦਾ ਵੀ ਤੇ ਹੈ। ਮੈਨੂੰ ਲੱਗਾ ਕਿ ਨਹੀਂ, ਮੈਂ ਤੇ ਨਾਟਕ ਲਈ ਕਰਨਾ ਹੀ ਹੈ। ਸੋ ਮੈਂ 1 ਸਾਲ ਦਾ ਕੋਰਸ ਨਾਟਕ ਦਾ ਪੰਜਾਬ ਯੂਨੀਵਰਸਿਟੀ, ਜਦੋਂ 1 ਸਾਲ ਦਾ ਹੁੰਦਾ ਸੀਗਾ, ਉਹ ਕੀਤਾ। ਤੇ ਜਦੋਂ ਮੈਂ ਪ੍ਰੀਤਨਗਰ ਗਈ, ਮੇਰੇ ਲਈ ਬਹੁਤ ਜ਼ਿਆਦਾ ਕੰਮ ਨਹੀਂ ਸੀ, ਕਿਉਂਕਿ ਸਭ ਲੋਕ ਹਾਲੇ ਐਕਟਿਵ, ਸਰਦਾਰ ਨਵਤੇਜ ਸਿੰਘ ਖੁਦ, ਉਮਾ ਜੀ, ਸਭ ਲੋਕ ਕੰਮ ਕਰਦੇ ਹੀ ਸਨ। ਮੇਰੇ ਲਈ ਵੇਲ ਹੀ ਸੀ ਤਰੀਕੇ ਨਾਲ ਉਸ ਵੇਲੇ। ਤੇ ਫਿਰ ਹੌਲੀ ਹੌਲੀ ਜਦੋਂ ਸਰਦਾਰ ਨਵਤੇਜ ਸਿੰਘ ਗਏ, ਤੇ ਸੁਮੀਤ ਨੇ ਕਿਹਾ ਕਿ ਕਰਨਾ ਹੈ। ਮੈਂ ਤੁਹਾਨੂੰ ਇਹ ਦੱਸਾਂ ਇਸ ਤੋਂ ਪਹਿਲਾਂ ਜੀ ਦੇ ਦੋਵਾਂ ਦੇ, ਮੈਂ ਜ਼ਿਆਦਾ ਨਵਤੇਜ ਸਿੰਘ ਹੋਰਾਂ ਨੂੰ ਤੇ ਸੁਮੀਤ ਨੂੰ ਦੇਖਿਆ, ਜੀ ਇੰਨਾ ਜਜ਼ਬਾ ਵੀ ਪਰਚਾ ਚੱਲਣਾ ਹੈ, ਚੱਲਣਾ ਹੀ ਚਾਹੀਦਾ ਹੈ। ਇਸ ਚੀਜ਼ ਦੇ ਬਾਰੇ ਇੰਨਾ ਜ਼ਿਆਦਾ ਸੀ ਕਿ ਉਹਨਾਂ ਦਾ ਜੋ ਜੋਸ਼ ਹੈ, ਉਹ ਤੁਹਾਡੇ ਉੱਤੇ ਅਸਰ ਕਰ ਜਾਂਦਾ। ਤੋ ਮੈਨੂੰ ਵੀ, ਤੇ ਖੁਦ ਮੈਂ
ਕਿਉਂਕਿ ਮੈਂ 16 ਸਾਲ ਦੀ ਉਮਰ 'ਚ ਪਾਰਟੀ 'ਚ ਵੀ ਕੰਮ ਕੀਤਾ, ਉਹਦੇ ਯੂਥ ਫਰੰਟ ਤੇ, ਉਹਦੇ ਸਟੂਡੈਂਟ ਫਰੰਟ ਤੇ, ਵੂਮਨ ਫਰੰਟ ਤੇ। ਸੋ ਮੇਰਾ ਵੀ ਕੁਛ, ਮੈਂ ਪਾਰਟੀ ਸਕੂਲਸ ਉਹਨੂੰ ਕਹਿੰਦੇ ਸੀਗੇ, ਯਾਨੀ ਮਾਰਕਸਿਜ਼ਮ ਦੀ ਪੜ੍ਹਾਈ ਦਿੱਲੀ ਵੀ 40 ਕੁ ਦਿਨ ਦੀ। ਮੋਹਿਤ ਸੇਨ ਹੁੰਦੇ ਸਨ ਪ੍ਰਿੰਸੀਪਲ, ਉਹਨਾਂ ਕੋਲੋਂ ਫਿਲੋਸਫੀ, ਸਾਈਕੋਲੋਜੀ, ਕਈ ਕੁਛ, ਮਤਲਬ ਉਹਨਾਂ ਨੇ ਸੋਸ਼ਲ ਮੂਵਮੈਂਟ ਸਮਝਾਉਂਦੇ ਹੁੰਦੇ ਸੀ। ਸੋ ਮੈਨੂੰ ਇੱਕ ਜਜ਼ਬਾ ਇਹ ਸੀ ਕਿ ਮੈਂ ਲੋਕਾਂ ਦੀ ਸੇਵਾ ਹੀ ਤਾਂ ਕਰਨੀ ਹੈ, ਉਹ ਚਾਹੇ ਕਿਸ ਤਰ੍ਹਾਂ ਵੀ ਹੋਵੇ। ਤੇ ਮੈਨੂੰ ਜਿਹੜਾ ਇਹ ਸਾਰਾ ਜਨੂਨ ਸੀ ਨਾਟਕ ਦਾ, ਜਿਹਦੇ ਕਰਕੇ ਮੈਂ NSD ਵੀ ਭਰਤੀ ਹੋ ਗਈ, ਮੈਨੂੰ ਐਡਮਿਸ਼ਨ ਮਿਲ ਗਈ। ਤੇ ਅਨੁਪਮ ਖੇੜ ਵਰਗੇ ਮੇਰੇ ਤੋਂ ਮਤਲਬ 1-2 ਸਾਲ ਸੀਨੀਅਰ ਸਨ, ਉਹਨਾਂ ਨਾਲ ਮੈਂ ਕੰਮ ਵੀ ਕੀਤਾ ਹੋਇਆ ਹੈ। ਤੇ ਮੇਰੇ ਫਰੈਂਡਸ ਇਸ ਵੇਲੇ ਫਿਲਮ ਵਰਲਡ ਵਿੱਚ ਅੱਛਾ ਕੰਮ ਕਰ ਰਹੇ ਨੇ, ਤੇ ਮੈਂ NSD ਭਰਤੀ ਹੋ ਗਈ। ਲੇਕਿਨ ਸਰਦਾਰ ਨਵਤੇਜ ਸਿੰਘ ਜੀ ਜਦੋਂ ਉਹਨਾਂ ਨੂੰ ਕੈਂਸਰ ਹੋ ਗਿਆ, ਤੇ ਉਹਨਾਂ ਦੀ ਉਮਰ, ਮੈਨੂੰ ਕਹਿਣ ਲੱਗੇ ਸੁਮੀਤ ਕਿ ਤੂੰ ਛੱਡ ਜਾ ਤੇ ਆਪਾਂ ਇਹ ਕਰਨਾ ਹੈ। ਮੈਂ ਕਿਹਾ ਨਹੀਂ, ਮੈਂ ਤਾਂ ਤੇਰਾ ਬੌਂਡ ਭਰਿਆ ਹੋਇਆ, ਮੈਂ ਤਾਂ ਛੱਡ ਨਹੀਂ ਸਕਦੀ NSD। ਸੋ ਮੈਨੂੰ ਉਸ ਵੇਲੇ ਬੜਾ ਔਖਾ ਲੱਗਾ, ਲੇਕਿਨ ਫਿਰ ਮੈਂ ਇੱਕ ਵਾਰੀ ਫੈਸਲਾ ਕਰ ਲਿਆ ਕਿ ਠੀਕ ਹੈ। ਸੁਮੀਤ ਹੋਰਾਂ ਨੇ ਇੱਥੋਂ ਤੱਕ ਕਿਹਾ ਕਿ ਐਕਟਿੰਗ ਕਰਨ ਵਾਲੇ ਤੇ ਮਤਲਬ ਬਹੁਤ ਨੇ, ਪਰ ਇਹ ਕੰਮ ਕਰਨ ਵਾਸਤੇ ਸਾਨੂੰ ਤੇਰੀ ਲੋੜ ਹੈ। ਇਸ ਤਰ੍ਹਾਂ ਫਿਰ ਮੈਨੂੰ ਸਮਝ ਆ ਗਈ ਗੱਲ, ਤੇ ਮੈਂ ਇਸ ਪਾਸੇ ਹੋਈ। ਕਹਿੰਦਾ ਮਤਲਬ ਮੈਂ ਇਹ ਚਾਹੁੰਦੀ ਹਾਂ ਕਿ ਸੁਮੀਤ ਹੋਰਾਂ ਨੇ, ਉਸ ਵੇਲੇ ਮੈਂ ਕਿਤੇ ਕਹਿ ਬੈਠੀ ਸੁਮੀਤ ਹੋਰਾਂ ਨੂੰ ਕਿ ਦੇਖੋ ਨਵਤੇਜ ਸਿੰਘ ਹੋਰਾਂ ਨੂੰ ਕੈਂਸਰ ਹੈ, ਤੇ ਪਤਾ ਨਹੀਂ ਕਿ ਕੀ ਬਣੇਗਾ। ਅਜੇ ਉਸ ਵੇਲੇ ਵੀ ਕੋਈ ਖਾਸ ਤੇ ਹੈ ਨਹੀਂ ਸਨ ਇਲਾਜ ਵਗੈਰਾ, ਤੇ ਪਰਚੇ ਦਾ ਵੀ ਨਹੀਂ ਪਤਾ ਹੁੰਦਾ। ਹੁਣ ਅਸੀਂ ਨੌਜਵਾਨ ਹੈ, ਕੱਲ ਨੂੰ ਸਾਨੂੰ ਕੋਈ ਐਕਸੈਪਟ ਕਰਦਾ ਹੈ ਨਹੀਂ ਕਰਦਾ। ਸਰਦਾਰ ਗੁਰਬਖਸ਼ ਸਿੰਘ ਦਾ ਨਾਮ ਹੈ, ਨਵਤੇਜ ਸਿੰਘ ਹੋਰਾਂ ਦਾ ਨਾਮ। ਤੇ ਸੁਮੀਤ ਇੰਨੇ ਇਮੋਸ਼ਨਲੀ ਅਪਸੈਟ ਹੋ ਗਏ ਕਿ ਉਹਨਾਂ ਨੇ ਬਿਮਾਰ ਸਰਦਾਰ ਨਵਤੇਜ ਸਿੰਘ ਨੂੰ ਵੀ ਜਾ ਕੇ ਦੱਸ ਦਿੱਤਾ ਇਹ ਕਹਿੰਦੀ ਪਈ ਹੈ। ਤੇ ਉਹਨਾਂ ਨੇ ਉਹ ਇੰਨੇ ਆਪਣੇ ਵਿਚਾਰੇ ਕਮਜ਼ੋਰੀ ਦੇ ਵਿੱਚ ਵੀ ਨਾ, ਬੜੇ, ਤੂੰ ਤਾਂ ਕਹਿੰਦੀ ਹੈ ਬੰਦ ਹੋ ਜਾਏਗਾ ਪਰਚਾ। ਮੈਨੂੰ ਬੜਾ ਧੱਕਾ ਲੱਗਾ ਕਿ ਪਹਿਲੀ ਗੱਲ ਹੈ ਅਸੀਂ ਆਪਸ ਗੱਲ ਕੀਤੀ, ਉਹਨਾਂ ਬਜ਼ੁਰਗਾਂ ਤੱਕ, ਮਤਲਬ ਬਿਮਾਰ ਆਦਮੀ ਤੱਕ ਨਹੀਂ ਪਹੁੰਚਾਣੀ ਚਾਹੀਦੀ ਸੀ। ਤੇ ਇੱਕ ਪ੍ਰੈਕਟੀਕਲ ਫੈਸਲਾ ਕਰ ਰਹੇ ਸੀ ਕਿ ਵੀ ਪੜ੍ਹਨਾ ਹੈ ਅੱਗੇ ਕਿ ਛੱਡ ਦੇਣਾ ਸਭ। ਲੇਕਿਨ ਮੇਰੇ ਉੱਤੇ ਉਸ ਚੀਜ਼ ਦਾ ਇੰਨਾ ਅਸਰ ਹੋਇਆ ਕਿ ਮੈਂ ਵੀ ਇਸ ਖਿਆਲ ਦੀ ਪੱਕੀ ਹੋ ਗਈ ਕਿ ਨਹੀਂ, ਮੈਂ ਜਦ ਤੱਕ ਅਸੀਂ ਹੈਗੇ ਆ ਤੇ ਕਰ ਸਕਦੇ ਆ ਕਰਾਂਗੇ। ਆਪਣੇ ਆਪ ਕੋਈ ਇਹੋ ਜਿਹੇ ਹਾਲਾਤ ਬਣ ਜਾਣ ਕਿ ਕਰ ਹੀ ਨਾ ਸਕਾਂ, ਤੇ ਉਹ ਅਲੱਗ ਗੱਲ ਹੈ। ਤੇ ਮੈਂ ਇਸੇ ਜੋਸ਼ ਦੇ ਵਿੱਚ ਤੇ ਇਸੇ ਹੀ ਜਜ਼ਬੇ ਦੇ ਨਾਲ, ਸਗੋਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਸੀ, ਪੈਸਾ ਇੰਨਾ ਵੀ ਨਹੀਂ ਸੀ ਕਿ ਸੁਮੀਤ ਹੋਰਾਂ ਦਾ ਅਸੀਂ ਯਾਨੀ ਕਿ ਦਾਹ ਸੰਸਕਾਰ ਹੀ ਕਰ ਸਕੀਏ, ਇੰਨਾ ਪੈਸਾ ਵੀ ਨਹੀਂ ਸੀ। ਲੇਕਿਨ ਜੋ ਲੋਕ ਆਏ ਉੱਥੇ, ਉਹਨਾਂ 'ਚ ਇੱਕ ਮੇਰੇ ਰਿਸ਼ਤੇਦਾਰ ਵੀ ਸਨ ਜੋ ਸੋਸ਼ਲਿਸਟ ਪਾਰਟੀ ਦੇ ਇੱਕ ਲੀਡਰ ਸਨ ਯੂਨੀਅਨ ਰੇਲਵੇ ਦੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਆਪਣੀ ਯੂਨੀਅਨ ਤੋਂ ਨਾ ਮੈਨੂੰ ਪੈਸੇ ਭੇਜ ਦਿਓ, ਅਸੀਂ ਕਾਗਜ਼ ਖਰੀਦਣਾ, ਅਸੀਂ ਪਰਚਾ ਕਰਨਾ। ਸੋ ਇਹ ਮੈਂ ਤੁਹਾਨੂੰ ਜਜ਼ਬਾ ਦੱਸ ਰਹੀ ਹਾਂ ਕਿ ਇਸ ਤਰੀਕੇ ਦੇ ਨਾਲ ਸੀ। ਫਿਰ ਵੀ ਤੁਸੀਂ ਰਤੀਕਾਂਤ ਹੋਰਾਂ ਦਾ ਨਾਂ ਲਿਆ, ਜੇ ਉਹ ਨਾਂ ਨਾਲ ਜੁੜਦੇ, ਇਸੇ ਚੀਜ਼ ਨੂੰ ਆਪਣਾ ਉਹ ਨਾਂ ਮੰਤਵ ਬਣਾ ਲੈਂਦੇ, ਜਿਵੇਂ ਗੋਲ ਹੁੰਦਾ ਕਿ ਕਿਉਂਕਿ ਉਹ ਪਲੇਅਰ ਸੀ, ਉਹ ਕੋਈ ਰਾਈਟਰ ਨਹੀਂ ਸੀ, ਤੇ ਉਹ ਪਲੇਅਰ ਸੀ ਫੁੱਟਬਾਲ ਦੇ, ਤੇ ਕਹਿੰਦੇ ਉਹਨੇ ਗੋਲ ਬਣਾ ਲਿਆ ਇੱਕ ਤਰੀਕੇ ਨਾਲ, ਨਹੀਂ ਅਸੀਂ ਇਹ ਕਰਨਾ ਹੀ ਕਰਨਾ। ਤੇ ਫਿਰ ਸਮਾਜ ਜੋ ਹੈ ਸਾਡਾ, ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਗਈ। ਕਿਸੇ ਥਾਂ ਸਾਨੂੰ ਇਸ ਤਰ੍ਹਾਂ ਮਤਲਬ ਚੱਲਦੇ ਗਏ ਤੇ ਮੈਂ ਪਹਿਲੇ ਹੀ ਦਿਨਾਂ ਦੇ ਵਿੱਚ ਚੰਡੀਗੜ੍ਹ ਆਈ ਤੇ ਟ੍ਰਿਬਿਊਨ ਦੇ ਐਡੀਟਰ ਪ੍ਰੇਮ ਹੁੰਦੇ ਸਨ, ਕੀ ਇਹਨਾਂ ਦਾ ਨਾਮ, ਤੇ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਮੈਂ ਕਿਹਾ ਤੁਸੀਂ ਇੱਕ ਸਾਡਾ ਫੰਕਸ਼ਨ ਹੋਇਆ, ਦੂਸਰੇ ਫੰਕਸ਼ਨ ਤੇ ਤੁਹਾਡਾ ਕੋਈ ਬੰਦਾ ਨਹੀਂ ਆਇਆ ਸਾਨੂੰ ਕਵਰ ਕਰਨ ਲਈ, ਕਿਉਂਕਿ ਇੱਕ ਅੱਧਾ ਹੀ ਤਾਂ ਅਖਬਾਰ ਹੁੰਦਾ ਸੀ, ਤੁਸੀਂ ਜਾਣਦੇ ਹੋ। ਤੇ ਉਹਨਾਂ ਨੇ ਅੱਗੋਂ ਬੜਾ ਅਜੀਬ ਜਵਾਬ ਦਿੱਤਾ, ਜੋ ਉਹਨਾਂ ਦੀ ਲੈਂਗੁਏਜ ਠੀਕ ਹੋਏਗਾ। ਕਹਿੰਦੇ ਇਟਸ ਨਾਟ ਨਿਊਜ਼ ਐਨੀਮੋਰ। ਹਾਲਾਂਕਿ ਤੁਸੀਂ ਦੇਖੋ 10-12 ਦਿਨ ਵੀ ਨਹੀਂ ਸੀ ਲੰਘੇ, ਤੇ ਇਟਸ ਨਾਟ ਨਿਊਜ਼। ਤੇ ਮੈਂ ਕਿਹਾ ਕਿ ਅੱਛਾ ਅਸੀਂ ਪਰਚਾ ਚਲਾਉਣਾ ਚਾਹੁੰਦੇ ਹਾਂ, ਇਜ਼ ਦੈਟ ਨਿਊਜ਼ ਫॉर ਯੂ? ਕਹਿੰਦੇ ਯੈਸ। ਮੈਂ ਕਿਹਾ ਅੱਛਾ then send somebody to interview me। ਤੇ ਉਹਨਾਂ ਨੇ ਇੰਟਰਵਿਊ ਕਰਨ ਲਈ ਕਿਸੇ ਨੂੰ, ਮੈਂ ਕਿਹਾ ਨਾਲੇ ਫਲਾਨਿਆਂ ਦਾ ਮੈਂ ਨਾਂ ਲਿਆ ਕਿ ਉਹ ਸਾਡੇ ਫਾਦਰ ਦੇ ਅੱਗੋਂ, ਮੈਨੂੰ ਪਤਾ ਸੀ ਕਿ ਉਹ ਬੈਕਗ੍ਰਾਉਂਡ ਸਭ ਜਾਣਦੇ, ਮੈਂ ਕਿਹਾ ਉਹਨਾਂ ਨੂੰ ਭੇਜੋ ਮੇਰੀ ਇੰਟਰਵਿਊ ਕਰ ਲੈਣ। ਕਹਿੰਦੇ ਠੀਕ ਹੈ। ਤੁਸੀਂ ਮੰਨੋ ਉਹਨਾਂ ਨੇ ਬੜਾ ਅੱਛਾ ਯਾਨੀ ਕਿ ਰਿਸਕ ਲਿਆ, ਅੱਗੇ ਵੱਧ ਕੇ ਆਪਣੇ ਆਪ ਨੂੰ ਪੇਸ਼ ਕੀਤਾ, ਤੇ ਇੱਕ ਪੂਰਾ ਪੇਜ ਟ੍ਰਿਬਿਊਨ ਦਾ ਪਿਛਲਾ ਉਹ ਇੰਟਰਵਿਊ ਛਪਿਆ। ਤੇ ਅਸੀਂ ਜਿੱਥੇ ਵੀ ਜਾਂਦੇ ਸੀ, ਇਸ ਲਈ ਮੈਂ ਜ਼ਿਕਰ ਕੀਤਾ, ਉੱਥੇ ਹਰ ਥਾਂ ਲੋਕਾਂ ਨੇ ਉਹ ਤਕਰੀਬਨ ਪੜ੍ਹਿਆ ਹੁੰਦਾ ਸੀਗਾ। ਜੀ।
ਤੋਂ ਇਸ ਤਰ੍ਹਾਂ ਲੋਕਾਂ ਤੋਂ ਮਦਦ ਮਿਲਦੀ ਗਈ। ਇੱਥੋਂ ਤੱਕ ਕਿ ਅ, ਦੀਵਾਨ ਸਿੰਘ ਕਾਲੇ ਪਾਣੀ ਦੇ ਬੇਟੇ, ਉਹਨਾਂ ਦੀ ਮਿਸਿਸ ਸਾਡੇ ਟੀਚਰ ਸਨ, ਰਹੇ ਸਨ ਕਾਲਜ ਵਿੱਚ ਪੰਜਾਬੀ ਦੇ, ਤੇ ਦੀਵਾਨ ਸਿੰਘ ਕਾਲੇ ਪਾਣੀ ਦੇ ਬੇਟੇ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਮਿਸਿਸ ਨੇ ਕਾਲਜ ਕੁੜੀਆਂ ਨੂੰ ਕਿਹਾ ਕਿ ਆਪਾਂ ਫੰਡ ਇਕੱਠਾ ਕਰਕੇ ਭੇਜਣਾ ਹੈ। ਸੋ 10-10 ਰੁਪਏ, ਮਤਲਬ ਕਿਸੇ ਵੀ ਤਰ੍ਹਾਂ ਲੋਕਾਂ ਨੇ ਉਸ ਵੇਲੇ, ਤੁਸੀਂ ਕੋਈ ਪਰਚਾ ਹੋਏਗਾ ਜਿਹਨੂੰ ਵਾਪਸ ਪੈਸਾ ਆਉਂਦਾ ਹੈ, ਤੇ ਇਹ ਮੈਂ ਇਸ ਚੀਜ਼ ਨੂੰ ਸਮਝਦੀ ਹਾਂ ਕਿ ਇਸ ਤਰ੍ਹਾਂ ਲੋਕਾਂ ਨੇ ਮਹਿਸੂਸ ਕੀਤਾ। ਜੀ, ਮੈਂ ਤੁਹਾਡੇ ਪੈਸ਼ਨ ਦੀ ਦਾਤ ਦਿੰਦਾ ਹੈ, ਔਰ ਇੱਕ ਉਹ ਜਜ਼ਬਾ ਹੀ ਸੀ ਔਰ ਰਤੀਕਾਂਤ ਹੋਣਾ ਦਾ ਸ਼ਾਇਦ ਸਾਥ ਸੀ ਜਿਹੜਾ ਕਿ ਤੁਹਾਨੂੰ ਇੱਥੇ ਤੱਕ ਲੈ ਆਇਆ। ਜੀ ਤੁਸੀਂ ਚੈਲੰਜਸ ਦਾ ਜ਼ਿਕਰ ਕੀਤਾ ਤੇ ਮੈਂ ਚੈਲੰਜਸ ਬਾਰੇ ਵੀ ਤੁਹਾਡੇ ਕੋਲੋਂ ਜਾਣਨਾ ਥੋੜਾ ਜਿਹਾ ਹੋਰ ਚਾਹਾਂਗਾ। ਮੈਨੂੰ ਪਤਾ ਹੈ ਤੁਸੀਂ ਟ੍ਰਿਬਿਊਨ ਦਾ ਤੇ ਜ਼ਿਕਰ ਕੀਤਾ ਹੈ, ਮਗਰ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਇੰਡੀਆ ਦੇ ਰਾਸ਼ਟਰਪਤੀ, ਔਰ ਉਦੋਂ ਉਥੋਂ ਵੀ ਕੋਈ ਜ਼ਿਆਦਾ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਨਹੀਂ ਸੀ ਮਿਲਿਆ। ਇਹ ਜਿਹੜੇ ਇਨਸਾਨੀ ਫਿਤਰਤ ਹੈਗੀ ਹੈ ਔਰ ਨਿਜ਼ਾਮ ਹੈ ਕਿ ਜਦੋਂ ਵੀ ਪ੍ਰੋਬਲਮਸ ਆਉਂਦੀਆਂ ਨੇ ਤੇ ਉਸ ਥੋੜੇ ਵਕਤ ਵਾਸਤੇ ਸਾਰੇ ਪਿੱਛੇ ਹਟ ਜਾਂਦੇ ਨੇ। ਮੈਂ ਜਦ ਇੱਕ ਤਾਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਇਹਨਾਂ ਚੈਲੰਜਸ ਬਾਰੇ ਥੋੜਾ ਜਿਹਾ ਦੱਸੋ, ਔਰ ਇੱਕ ਮੈਂ ਰਿਕੁਐਸਟ ਕਰਾਂਗਾ ਕਿ ਜਿਹੜਾ ਟਰਸਟ ਹੈਗਾ ਹੈ ਇਸ ਵੇਲੇ, ਜੀ ਔਰ ਮਿਸਟਰ ਵੈਸ਼ਨਵ ਦਾ ਜੀ ਜਿਹੜਾ ਜ਼ਿਕਰ ਹੈਗਾ ਆ, ਮੇਰਾ ਖਿਆਲ ਉਹ ਪ੍ਰੀਤਲੜੀ ਦੇ ਹਿਸਟਰੀ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈਗਾ। ਅਗਰ ਤੁਸੀਂ ਚਾਹੋ ਤੇ ਤੁਸੀਂ ਪਲੀਜ਼ ਇਹਨਾਂ ਚੀਜ਼ਾਂ ਬਾਰੇ ਜ਼ਿਕਰ ਕਰ ਦਿਓ। ਜੀ ਮੈਂ ਦੋ ਗੱਲਾਂ ਪਹਿਲਾਂ ਕਰਾਂਗੀ ਕਿ ਮੈਂ 16 ਸਾਲ ਦੀ ਉਮਰ 'ਚ ਆਪਣੀ ਡਾਇਰੀ 'ਚ ਲਿਖਿਆ, ਮੈਂ ਕਈ ਵਾਰ ਦੱਸਦੀ ਨਹੀਂ, ਮੈਂ ਲਿਖਿਆ ਸੀਗਾ, ਉਹ ਵੀ ਗੁਰਬਖਸ਼ ਸਿੰਘ ਹੋਰਾਂ ਦੇ ਅਸਰ ਥੱਲੇ ਕਹਿ ਲਓ, ਮੇਰੇ ਫਾਦਰ ਵੀ ਰੀਡਰ ਸਨ, ਸਾਰਾ ਕੁਝ ਹੈ, ਲੇਕਿਨ ਮੈਂ ਲਿਖਿਆ ਸੀਗਾ, ਲੋਕ ਲਿਖਦੇ ਨੇ ਮੈਨੂੰ ਤਕਲੀਫ ਨਾ ਆਵੇ ਜ਼ਿੰਦਗੀ ਦੇ ਵਿੱਚ, ਮੈਂ ਲਿਖਿਆ ਸੀਗਾ ਕਿ ਜੋ ਤਕਲੀਫਾਂ ਆਣ ਮੈਂ ਉਹਦੇ ਬਰਾਬਰ ਹੋਵਾਂ। ਇਹ 16 ਸਾਲ ਦੀ ਉਮਰ ਦੇ ਵਿੱਚ, ਸੋ ਇਸ ਤਰੀਕੇ ਦੇ ਨਾਲ ਅਸੀਂ ਪਲੇ ਹੋਏ ਲੋਕ ਹਾਂ ਤੇ ਇਹਦੇ ਨਾਲ ਚੱਲੇ ਆ। ਲੇਕਿਨ ਰੇਜ ਸਾਹਿਬ ਨੇ, ਉਹ ਉਸ ਵੇਲੇ ਗਵਰਨਰ ਸਨ ਪੰਜਾਬ ਦੇ, ਤੇ ਸਾਨੂੰ ਮਿਸਟਰ ਵੈਸ਼ਨਵ ਵੀ, ਅਸੀਂ ਜਾ ਰਹੇ ਸੀ ਉਹਨਾਂ ਨੂੰ ਮਿਲਣ ਤੇ ਮਿਸਟਰ ਵੈਸ਼ਨਵ ਰਸਤੇ 'ਚ ਮਿਲੇ, ਤੇ ਉਸ ਤੋਂ ਪਹਿਲਾਂ ਥੋੜਾ ਚਿਰ ਪਹਿਲਾਂ ਸਾਡੇ ਵਾਕਫ ਬਣੇ ਸੀ ਮਿਸਟਰ ਵੈਸ਼ਨਵ। ਉਹ ਕਹਿੰਦੇ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ, ਮੈਂ ਕੇਸ ਤੁਹਾਡਾ ਅੱਗੇ ਰੱਖਾਂਗਾ। ਤੇ ਅਸੀਂ ਇਸ ਤਰ੍ਹਾਂ ਮੇਜ਼ ਤੇ ਪਰਚਾ ਰੱਖਿਆ, ਉਹਨਾਂ ਨੂੰ ਫੜਾਇਆ ਤੇ ਇਸ ਤਰ੍ਹਾਂ ਤੁਸੀਂ ਸਾਡੀ ਮਦਦ ਕਰੋ। ਤੇ ਉਹਨਾਂ ਨੇ ਜਿਸ ਤਰ੍ਹਾਂ ਠੀਕਰੀ ਵਾਪਸ ਕਰੀਦੀ ਹੈ, ਜਿੱਦਾਂ ਕੈਰਮ ਬੋਰਡ ਖੇਡੀ ਦਾ, ਸਾਡੇ ਵੱਲ ਵਾਪਸ ਕਰ, ਕਹਿੰਦਾ ਜਿਹੜਾ ਪਰਚਾ ਆਪਣੇ ਆਪ ਨਹੀਂ ਖੜ ਸਕਦਾ ਉਹਨੂੰ ਚੱਲਣਾ ਨਹੀਂ ਚਾਹੀਦਾ। ਤਾਂ ਇਹ ਉਹਨਾਂ ਦੀ ਅਪਰੋਚ ਸੀ ਤੇ ਬੜੇ ਸਾਰੇ ਲੋਕਾਂ ਦੀ ਹੁੰਦੀ ਹੈ। ਮਿਸਟਰ ਵੈਸ਼ਨਵ ਦੀ ਉਲਟ ਅਪਰੋਚ ਸੀ। ਉਹ ਇੱਕ ਮਦਰ ਦੇ ਵਾਂਗ, ਜਿਹੜੀ ਵੀ ਕੋਈ ਬੂਟਾ ਹੈ ਜਿਸ ਨੂੰ ਚੱਲਣਾ ਚਾਹੀਦਾ ਜਾਂ ਉਹਦੇ ਵਿੱਚ ਕੋਈ ਵੀ ਕਾਬਲੀਅਤ ਹੈ, ਉਹ ਇੱਕ ਮਦਰ ਦੇ ਵਾਂਗ ਉਹਨੂੰ ਪਾਲਦੇ। ਸੋ ਇੰਨਾ ਫਰਕ ਹੁੰਦਾ ਹੈ ਦੋ ਇਨਸਾਨਾਂ ਦਾ। ਗਿਆਨੀ ਜ਼ੈਲ ਸਿੰਘ ਹੋਰਾਂ ਕੋਲ ਵੀ ਅਸੀਂ ਗਏ ਸੀ ਤੇ ਉਹਨਾਂ ਨੇ ਸਾਡੀ ਫਾਈਨੈਂਸ਼ੀਅਲੀ ਨਹੀਂ ਲੇਕਿਨ ਮੋਰਲੀ ਮਦਦ ਕਰਨੀ, ਕੋਈ ਫੈਮਿਲੀ ਨੂੰ ਕੋਈ ਪ੍ਰੋਬਲਮ ਆ ਜਾਏ ਇਸ ਤਰ੍ਹਾਂ ਦੀ ਮਦਦ ਕਰਨੀ। ਤੇ ਗਿਆਨੀ ਜ਼ੈਲ ਸਿੰਘ ਹੋਰਾਂ ਨੇ ਇੱਕ ਵਾਰੀ ਕਿਹਾ ਸੀਗਾ, ਕਿਉਂਕਿ ਸੁਮੀਤ ਦਾ ਪੜ੍ਹਦੇ ਸੀਗੇ, ਤੇ ਉਹਨਾਂ ਨੇ ਇੱਕ ਵਾਰੀ ਕਿਹਾ ਸੀ, ਰਤੀਕਾਂਤ ਹੋਰਾਂ ਨੂੰ ਮੇਰੇ ਬਾਰੇ ਕਿਹਾ ਕਿ ਇਹ ਕੁੜੀ ਜਿਹੜੀ ਗੱਲ ਕਰ ਜਾਂਦੀ ਹੈ ਨਾ, ਉਹ ਵੱਡੇ ਵੱਡੇ ਪੰਡਿਤ ਵੀ ਨਹੀਂ, ਕਿਸੇ ਵੇਲੇ ਗਿਆਨੀ ਵੀ ਨਹੀਂ ਕਰ ਸਕਦੇ ਕੋਈ ਇਹੋ ਜਿਹੀ ਗੱਲ। ਯਾਨੀ ਕਿ ਉਹ ਵੀ ਇੱਕ ਸਪੋਰਟਰ ਇੱਕ ਤਰੀਕੇ ਨਾਲ ਸੀਗੇ। ਹੁਣ ਮੈਂ ਤੁਹਾਨੂੰ ਚੈਲੰਜਸ ਦੇ ਬਾਰੇ ਦੱਸਦੀ ਹਾਂ ਕਿ ਬੜਾ ਅਫਸੋਸ ਹੁੰਦਾ ਹੈ, ਪਰ ਫੈਮਿਲੀਜ਼ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਕੁਝ ਲੋਕ ਬਰਦਾਸ਼ਤ ਹੀ ਨਹੀਂ ਕਰ ਰਹੇ ਹੁੰਦੇ ਤੁਹਾਨੂੰ, ਉਹਨਾਂ ਨੂੰ ਖਿਆਲ ਹੀ ਨਹੀਂ ਹੁੰਦਾ ਕਿ ਤੁਸੀਂ ਹੋਣੇ ਵੀ ਚਾਹੀਦੇ ਹੋ, ਤੁਸੀਂ ਯਾਨੀ ਕਿ ਵਾਈਡਰ ਫੈਮਿਲੀ ਦੇ ਵਿੱਚ। ਸੋ ਸਭ ਤੋਂ ਵੱਡਾ ਚੈਲੰਜ ਤੇ ਇਹੋ ਹੀ ਹੁੰਦਾ ਕਿ ਤੁਹਾਡੀ ਫੈਮਿਲੀ ਜਿਹਨੇ ਤੁਹਾਨੂੰ ਅੱਗੇ ਕਰਨਾ ਹੈ, ਉਹ ਤੁਹਾਨੂੰ ਦੱਸੇ ਕਿ ਤੁਸੀਂ ਹੈ ਹੀ ਨਹੀਂ ਹੋ ਜਾਂ ਤੁਸੀਂ ਹੋਣੇ ਹੀ ਨਹੀਂ ਚਾਹੀਦੇ। ਇਸ ਤਰ੍ਹਾਂ ਦੇ ਚੈਲੰਜਸ ਆਏ। ਸੋ ਅਸੀਂ ਬਿਲਕੁਲ ਆਪਣੇ ਤੌਰ ਤੇ ਆਪਣੇ ਵਾਸਤੇ ਸੀਗੇ। ਸਗੋਂ ਖੁਸ਼ਵੰਤ ਸਿੰਘ ਹੋਰਾਂ ਦਾ ਤੁਸੀਂ ਨਾਂ ਲਿਆ, ਉਹਨਾਂ ਨੂੰ ਕਿਸੇ ਨੇ ਗਲਤ ਇਤਲਾ ਦੇਤੀ ਕਿ ਪਰਚਾ ਤੇ ਬੰਦ ਹੋ ਗਿਆ ਜੀ। ਤੇ ਉਹਨਾਂ ਨੇ ਉਸੇ ਤਰ੍ਹਾਂ ਅਖਬਾਰ ਵਿੱਚ ਆਪਣੇ 'ਚ ਲਿਖ ਦਿੱਤਾ। ਫਿਰ ਅਸੀਂ ਉਹਨਾਂ ਨੂੰ ਜਿੰਨਾ ਵੀ ਕਿਹਾ, ਤੇ ਉਹ ਹੁਣ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਆਪਣੀ ਕਈ ਗੱਲ ਨੂੰ ਵਾਪਿਸ ਨਹੀਂ ਲੈਂਦੇ। ਉਹਨਾਂ ਦੇ ਮਤਲਬ ਇਸ ਹੱਦ ਤੱਕ ਦੇ ਚੈਲੰਜਸ। ਸੁਮੀਤ ਹੋਰਾਂ ਬਾਰੇ ਵੀ ਕਿਸੇ ਨੇ ਉਹਨਾਂ ਨੂੰ ਨਾਂ ਨਹੀਂ ਮੈਂ ਲੈਂਦੀ, ਗਲਤ ਹੀ ਕਹਿ ਦਿੱਤਾ ਕਿ ਜੀ ਜਾਣਬੁੱਝ ਕੇ, ਮਤਲਬ ਪਛਾਣ ਕੇ ਮਾਰਿਆ ਹੈ। ਤੇ ਹਾਲਾਂਕਿ ਇਹ ਗੱਲ ਨਹੀਂ ਸੀਗੀ, ਪਛਾਣ ਕੇ ਨਹੀਂ ਸੀ ਮਾਰਿਆ ਕਿਉਂਕਿ ਰਤੀਕਾਂਤ ਵੀ ਨਾਲ ਸੀ। ਪਰ ਇਹ ਲੋਕ ਸ਼ਾਇਦ ਪ੍ਰੀਤਲੜੀ ਦਾ ਨਾਂ ਨਹੀਂ ਲੈ ਸਕੇ ਹੋਣਗੇ ਕਿ ਇਹ ਜ਼ਰੂਰ ਕਿਹਾ ਸੀ ਸਿੱਖਾਂ ਦੇ ਪੁੱਤ ਪੋਤਰੇ ਆ, ਪਰ ਇਹ ਨਹੀਂ ਸ਼ਾਇਦ ਕਹਿ ਸਕੇ ਕਿ ਅਸੀਂ ਪ੍ਰੀਤਲੜੀ ਵਾਲੇ ਆ। ਖੈਰ ਐਨੀਵੇ,
ਉਹ ਲੋਕ ਸਾਨੂੰ ਮਿਲੇ ਨੇ ਬਾਅਦ ਵਿੱਚ, ਉਹ ਇਨਸਾਨ ਸਾਡੇ ਨਜ਼ਦੀਕ ਆਉਣ ਦੀ ਕੋਸ਼ਿਸ਼, ਉਹਨੇ ਮਾਫੀ ਮੰਗਣ ਦੀ ਕੋਸ਼ਿਸ਼ ਕਰਦੇ ਰਹੇ ਨੇ, ਸਾਨੂੰ ਪਤਾ ਹੈ ਕਿ ਉਹ ਹੈਗੇ ਨੇ ਕੌਣ ਨੇ। ਐਨੀਵੇ ਇਸ ਤਰ੍ਹਾਂ ਦੇ ਚੈਲੰਜਸ ਨੇ। ਜੋ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਦਾਹ ਸੰਸਕਾਰ ਤੱਕ ਲਈ ਪੈਸੇ ਨਹੀਂ ਸਨ, ਤੇ ਮੇਰੇ ਮਦਰ ਇਨ ਲਾ ਦਿਲ ਛੋਟਾ ਕਰਦੇ ਸਨ, ਤੇ ਸੁਮੀਤ ਹੋਰਾਂ ਨੇ ਕਹਿਣਾ, ਉਸ ਤੋਂ ਪਹਿਲਾਂ ਦੀ ਗੱਲ ਕਰ ਰਹੀ ਹਾਂ ਇਸ ਵੇਲੇ, ਕਿ ਕੋਈ ਗੱਲ ਨਹੀਂ ਮਾਂ, ਤੇਰੇ 4 ਪੁੱਤਰ ਨੇ, ਅਸੀਂ ਦਿਹਾੜੀ ਵੀ ਕਰ ਲਾਂਗੇ, ਤੇ ਇਸ ਤਰ੍ਹਾਂ ਦੀ ਗੱਲ ਕਰਨੀ। ਯਾਨੀ ਕਿ ਪ੍ਰੀਤਨਗਰ ਦੇ ਵਿੱਚ ਕਣਕ ਤੇ ਹੈ ਸੀ, ਇਸ ਤਰ੍ਹਾਂ ਦੀ ਚੀਜ਼ਾਂ ਤੇ ਖਾਣ ਪੀਣ ਨੂੰ ਥੋੜਾ ਇੰਨਾ ਔਖਾ ਨਹੀਂ ਸੀ, ਲੇਕਿਨ ਪੈਸੇ ਨਹੀਂ ਸਨ। ਤੇ ਇਹ ਵੀ ਹੋਇਆ, ਸਮੀਤ ਨੇ ਆਪਣੇ ਹੱਥੀਂ ਹੀ, ਕਿ ਮੇਰਾ ਵੀ ਕੋਈ ਸਕੂਟਰ ਸੀ ਤੇ ਉਹ ਵੇਚ ਦਿੱਤਾ, ਤੇ ਟਾਈਟਲ ਲੈਣਾ ਸੀ, ਤੇ ਮੈਂ ਕਿਹਾ ਹੁਣ ਸਕੂਟਰ ਕਿੱਥੋਂ ਆਏਗਾ, ਤੇ ਕੋਈ ਨਹੀਂ ਲੈ ਲਾਂਗੇ। ਮਤਲਬ ਇਸ ਤਰ੍ਹਾਂ ਦੇ ਜਜ਼ਬੇ ਨਾਲ ਚੱਲਦੇ ਰਹੇ। ਲੇਕਿਨ ਇਹ ਹੈ ਕਿ ਇੱਕ ਟਾਈਮ ਆਇਆ ਸਮੀਤ ਤੁਰਾਂ ਤੋਂ ਬਾਅਦ, ਕਿ ਰਤੀਕਾਂਤ ਨੂੰ ਤੇ ਮੈਨੂੰ ਲੱਗਾ ਕਿ ਸਾਨੂੰ ਇੱਥੋਂ ਬਾਹਰ ਨਿਕਲ ਕੇ ਆਪਣੇ ਲਈ ਕੋਈ ਆਰਥਿਕ ਹੋਰ ਤਰੀਕੇ ਵੀ ਲੱਭਣੇ ਚਾਹੀਦੇ ਨੇ। ਟੈਰਰਿਜ਼ਮ ਦੇ ਬਾਅਦ, ਉਹ ਸਾਰੇ ਟਾਈਮ ਦੇ ਬਾਅਦ, ਉੱਥੇ ਵੀ ਤੇ ਡਾਕ ਤੱਕ ਨਹੀਂ ਸੀ ਪਹੁੰਚਦੀ, ਫਿਰ ਵੀ ਅਸੀਂ 91 ਚ ਉੱਥੋਂ ਮੂਵ ਆਊਟ ਕੀਤੇ। ਤੇ ਬੜੇ ਪ੍ਰਾਊਡਲੀ ਮੈਂ ਕਹਿੰਨੀ ਹਾਂ ਕਿ ਇਸ ਟਾਈਮ ਸਾਨੂੰ ਮਿਸਟਰ ਵੈਸ਼ਨਵ ਨੇ ਇਸ਼ਤਿਹਾਰਾਂ ਦੇ ਵਿੱਚ ਜਾਂ ਕੋਈ ਨਾ ਕੋਈ ਉਹਨਾਂ ਨੇ ਆਫਿਸਰਸ ਨੂੰ ਕਹਿਣਾ ਵੀ ਮੈਂ ਇਹਨਾਂ ਦਾ ਪਬਲਿਕ ਰਿਲੇਸ਼ਨ ਆਫਿਸਰ ਹਾਂ ਇੱਥੇ, ਤੇ ਉਸ ਤਰ੍ਹਾਂ ਵੀ ਹੋਰ ਵੀ ਜਿਹੜੇ ਆਫਿਸਰਸ ਨੇ, ਮੈਂ ਕਹਿਣਾ ਚਾਹਾਂਗੀ ਗੈਰ ਪੰਜਾਬੀ ਆਫਿਸਰਸ ਨੇ, ਕਿਉਂਕਿ ਉਹ ਲੈਫਟਿਸਟ ਖਿਆਲਾਂ ਦੇ ਨੇੜੇ ਸਨ, ਜਾਂ ਹਿਊਮਨਿਸਟ, ਜਾਂ ਕਿਸ ਤਰ੍ਹਾਂ ਕਹਿ ਲਓ ਕਿ ਤੁਸੀਂ ਤਾਂ ਡੈਮੋਕ੍ਰੈਟਿਕ ਕੰਮ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਤੇ ਉਹਨਾਂ ਨੇ ਇਸ਼ਤਿਹਾਰ ਇਹੋ ਹੁੰਦਾ ਹੈ ਕਰਨ ਦੀ ਕੋਸ਼ਿਸ਼ ਕਰਨੀ। ਲੇਕਿਨ ਸਾਡੇ ਹਾਲਾਤ ਬਣ ਗਏ ਕਿ ਅਸੀਂ ਮਿਸਟਰ ਵੈਸ਼ਨਵ ਨੂੰ ਅੰਮ੍ਰਿਤਸਰੋਂ ਫੋਨ ਕੀਤਾ ਕਿ ਪਤਾ ਨਹੀਂ ਅਸੀਂ ਔਖੇ ਹਾਂ, ਤੇ ਉਹਨਾਂ ਨੇ, ਉਸ ਭਲੇ ਮਾਨਸ ਨੇ ਉੱਥੋਂ ਕਿਹਾ ਕਿ ਮੇਰੀ ਵਾਈਫ ਦੇ ਨਾਲ ਮੇਰੇ ਕੋਲ ਗਹਿਣੇ ਪਏ ਨੇ ਕੁਛ, ਮੈਂ ਤੁਹਾਨੂੰ ਦੇ ਸਕਦਾ। ਇਸ ਤਰ੍ਹਾਂ ਦਾ ਇਨਸਾਨ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਇਨਸਾਨ ਮਤਲਬ ਦਿਲੋਂ ਢਿੱਡੋਂ ਤੁਹਾਡੇ ਨਾਲ ਤੇ ਤੁਹਾਡੇ ਕੌਜ਼ ਦੇ ਨਾਲ ਹੋਵੇ, ਖਲੋਵੇ, ਮਦਰਿੰਗ ਕਰ ਰਹੇ ਹੋਣ, ਫਾਦਰਿੰਗ ਕਰ ਰਹੇ ਹੋਣ ਤੁਹਾਡੀ, ਇਸ ਤਰ੍ਹਾਂ ਦੀ ਸਾਨੂੰ ਮਿਲੇ। ਤੇ ਸਾਡੀ ਜਾਣਕਾਰੀ ਦੇ ਬਿਨਾ ਉਹਨਾਂ ਨੇ, ਕਿਉਂਕਿ ਉਹ ਹਾਰਟ ਦੇ ਮਰੀਜ਼ ਸਨ, ਤੇ ਹਮੇਸ਼ਾ ਕਹਿੰਦੇ ਸਨ ਕਿ ਮੈਂ 6 ਮਹੀਨੇ ਤੋਂ ਵੱਧ ਪਲਾਨ ਨਹੀਂ ਕਰਦਾ ਕਦੀ ਆਪਣੀ ਜ਼ਿੰਦਗੀ। ਤੇ ਅਸੀਂ ਮਤਲਬ ਉਹਨਾਂ ਨੇ ਸਾਨੂੰ ਟੇਕ ਇਨ ਕਰ ਲਿਆ। ਤੁਸੀਂ ਤਾਂ ਬਾਹਰ ਰਹਿੰਦੇ ਹੋ, ਤੁਹਾਨੂੰ ਪਤਾ ਹੈ ਇੱਥੇ ਦੇ ਹਾਲਾਤ ਇਦਾਂ ਦੇ ਕਿ ਅਸੀਂ ਕਈ ਵਾਰੀ ਕੋਈ ਗੱਲ ਹੀ ਨਹੀਂ ਕਹਿ ਸਕਦੇ, ਕਿਉਂਕਿ ਇਹਦੇ ਵਿੱਚ ਇੱਕ ਸੰਗ ਹੁੰਦੀ ਹੈ। ਬਟ ਵੈਰੀ ਪ੍ਰਾਊਡਲੀ ਆਈ ਸੇ ਦੈਟ ਜਦੋਂ ਅਸੀਂ ਕਿਹਾ ਕਿ ਸਾਡੇ ਹਾਲਾਤ ਨੇ, ਕਹਿੰਦੇ ਜੇ ਤੁਸੀਂ ਚੰਡੀਗੜ੍ਹ ਆਏ ਹੋ ਤੇ ਮੇਰੇ ਕੋਲ ਆ ਕੇ ਰਹਿਣਾ, ਮੇਰੇ ਘਰ ਰਹਿਣਾ। ਤੇ ਉਹਨਾਂ ਦੇ 2 ਫਲੋਰ ਸੀਗੇ, ਤੇ ਕਹਿੰਦੇ ਤੁਸੀਂ ਬਸ ਇਹ ਦੱਸੋ ਕਿ ਤੁਸੀਂ ਉੱਪਰ ਰਹੋਗੇ ਕਿ ਥੱਲੇ ਰਹੋਗੇ। ਸੋ ਅਸੀਂ 3 ਬੱਚਿਆਂ ਦੇ ਨਾਲ ਇਹਨਾਂ ਕੋਲ ਮੂਵ ਇਨ ਕੀਤੇ ਆ ਮਿਸਟਰ ਵੈਸ਼ਨਵ ਕੋਲ। ਤੇ ਮੈਂ ਪੁੱਛਿਆ, ਕਿਉਂਕਿ ਮੈਂ ਰਤੀਕਾਂਤ ਤੋਂ ਥੋੜੀ ਵੱਡੀ ਵੀ ਆ ਤੇ ਥੋੜੀ ਬੜਬੋਲੀ ਵੀ ਆ, ਮੈਂ ਹੀ ਗੱਲ ਕਰਦੀ ਆ, ਤੇ ਮੈਂ ਸੋਚੀ, ਮੈਂ ਕਿਹਾ ਜੀ ਤੁਹਾਨੂੰ ਤੇ ਇਹਦਾ ਕਿਰਾਇਆ ਆਣਾ ਹੈ। ਤੇ ਕਹਿੰਦੇ ਨਹੀਂ, ਮੈਂ ਇਸ ਬ੍ਰੈਕਟ 'ਚ ਆ ਕਿ ਮੈਨੂੰ ਕਿਰਾਇਆ ਮੇਰਾ ਇਨਕਮ ਟੈਕਸ ਹੀ ਚਲਾ ਜਾਏਗਾ, ਤੇ ਆਈ ਨੀਡ, ਮਤਲਬ ਮੈਂ ਇੱਥੇ ਇਕੱਲਾ ਇਸ ਸਾਰੇ ਘਰ 'ਚ ਬੈਠਾ, ਤੁਸੀਂ ਦੇਖੋ ਮੈਨੂੰ ਲੋੜ ਹੈਗੀ ਹੈ, ਸੋ ਇਟਸ ਮਾਈ ਨੀਡ। ਸੋ ਉਹਨਾਂ ਨੇ ਬੜੇ ਵਾਈਜ਼ਲੀ ਸਾਡੇ ਲਈ ਇੱਕ ਰਸਤਾ ਬਣਾਇਆ, ਜਿਹ 'ਚ ਅਸੀਂ ਉਹਨਾਂ ਲਈ ਕੰਮ ਕਰਦੇ ਸੀ। ਉਹਨਾਂ ਕੋਲ ਆਪਣਾ ਸਟਾਫ ਸੀ, ਲੇਕਿਨ ਰਤੀਕਾਂਤ ਦੇ ਰਾਹੀਂ ਬੜੀ ਕੰਪੈਨੀਅਨਸ਼ਿਪ, ਹਰ ਵੇਲੇ ਨਾਲ ਰਹਿਣਾ, ਉਹਨਾਂ ਦਾ ਸਾਥ ਖਿਆਲ ਕਰਨਾ। ਤੇ ਸ਼ਾਇਦ ਸਾਡੇ ਕਰਕੇ ਉਹਨਾਂ ਦੀ ਉਮਰ ਵੀ ਲੰਬੀ ਹੋਈ, ਕਿਉਂਕਿ 1-2 ਵਾਰ ਅਸੀਂ ਬੜੀ ਇਹੋ ਜਿਹੇ ਹਾਲਾਤ 'ਚ ਉਹਨਾਂ ਨੂੰ ਹਸਪੀਟਲ ਲਗਾਏ, ਤੇ ਉਹਨਾਂ ਨੂੰ ਵੀ ਸਾਡੇ ਕੋਲੋਂ ਸਾਡੇ ਵਿੱਚ ਇੱਕ ਪਰਿਵਾਰ ਮਿਲਿਆ, ਤੇ ਇਹ ਇੱਕ ਰਿਸ਼ਤਾ ਬਣਿਆ। ਤੇ ਉਹਨਾਂ ਨੂੰ ਸਾਡੇ ਜਾਣ ਤੋਂ, ਪਤਾ ਲੱਗਣ ਤੋਂ ਬਿਨਾਂ ਪਹਿਲਾਂ ਹੀ ਸੋਚਿਆ ਹੋਇਆ ਸੀ, ਤੇ ਉਹ ਕੀਤਾ ਕਿ ਅਸੀਂ 20 ਸਾਲ 1995 ਤੋਂ ਲੈ ਕੇ ਤੇ 2009 ਚ ਉਹਨਾਂ ਦੀ ਡੈਥ ਹੁੰਦੀ ਹੈ, ਉਦੋਂ ਤੱਕ ਉਹਨਾਂ ਦੇ ਨਾਲ ਰਹੇ ਹਾਂ, ਤੇ ਉਹਨਾਂ ਨੂੰ ਆਪਣੀ ਪ੍ਰਾਇੋਰਿਟੀ ਬਣਾ ਕੇ ਉਹਨਾਂ ਦੀ ਸੇਵਾ ਕੀਤੀ, ਜਿਸ ਦੀ ਲੋਕ ਵੀ ਆਲੇ ਦੁਆਲੇ, ਉਹਨਾਂ ਦੇ ਰਿਸ਼ਤੇਦਾਰ, ਸਾਡੇ ਰਿਸ਼ਤੇਦਾਰ ਸਭ ਦਾਦ ਦਿੰਦੇ ਨੇ। ਤੇ ਆਈ ਐਮ ਪ੍ਰਾਊਡ ਟੂ ਸੇ ਕਿ ਰਤੀਕਾਂਤ ਨੇ ਵੀ ਬਹੁਤ ਹੀ ਡਿਗਨਿਟੀ, ਕਿ ਇਸ ਇਨਸਾਨ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਪੋਰਟ ਦਿੱਤੀ ਹੈ, ਤੇ ਵੀ ਆਰ ਲੋਇਲ ਟੂ ਹਿਮ ਐਂਡ ਵੀ ਵਿਲ ਵਰਕ ਫॉर ਹਿਮ। ਇਸ ਤਰ੍ਹਾਂ ਦਾ ਇੱਕ ਰਿਸ਼ਤਾ ਬਣਿਆ, ਜੋ ਉਹਨਾਂ ਨੇ ਆਪਣੀ ਸਾਰੀ ਜੋ ਇੱਥੇ ਕਮਾਈ ਪੰਜਾਬ 'ਚ ਕੀਤੀ, ਉਹ ਸਾਰੀ ਉਹ ਸਾਨੂੰ ਦੋਨਾਂ ਨੂੰ ਦੇ ਕੇ ਗਏ, ਅੱਧਾ ਅੱਧਾ।
ਤੇ ਇਹ ਉਹਨਾਂ ਦੀ ਵੂਮਨ ਵਾਸਤੇ ਵੀ ਇੱਜ਼ਤ ਸੀ ਤੇ ਅਸੀਂ ਵੀ ਉਸ ਚੀਜ਼ ਦੇ ਵਿੱਚ ਪਰਚਾ ਵੀ ਵਧਾਇਆ, ਉਹਨਾਂ ਤੋਂ ਸਿੱਖਿਆ ਵੀ ਬਹੁਤ, ਕਿਉਂਕਿ ਬਹੁਤ ਹੀ ਇੰਟੈਲੀਜੈਂਟ ਤੇ ਕਾਬਿਲ ਇਨਸਾਨ ਸਨ ਜੀ। ਤੇ ਦਾਦ ਮੰਨਦੇ ਨੇ, ਲੋਕੀ ਦਾਦ ਦਿੰਦੇ ਨੇ। ਮੇ ਹਿਜ਼ ਸੋਲ ਰੈਸਟ ਇਨ ਪੀਸ। ਕਈ ਵਾਰ ਇੱਕ ਇਨਸਾਨ ਜਿਹੜਾ ਹੈਗਾ ਹੈ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਫਰਕ ਪਾ ਦਿੰਦਾ ਹੈ, ਔਰ ਜੀ, ਪ੍ਰੀਤ ਇੱਕ ਲੜੀ ਵਾਰੀ ਦੀ ਮੈਨੂੰ ਉਮਰ ਵੀ ਦੱਸ ਸ਼ਾਇਦ ਕੇ ਉਹਨਾਂ ਕਰਕੇ ਵੱਧ ਗਈ, ਔਰ ਉਹਨਾਂ ਦੀ ਉਮਰ ਸ਼ਾਇਦ ਪ੍ਰੀਤ ਲੜੀ ਕਰਕੇ ਵੱਧ ਗਈ। ਬਿਲਕੁਲ ਪ੍ਰੀਤ ਲੜੀ, ਫਿਰ ਲੋਕਾਂ ਨੇ, ਹੋਰ ਆਫੀਸਰਸ ਨੇ ਉਹਨਾਂ ਨੂੰ ਕਿਹਾ ਕਿ ਉਹ ਸਾਡਾ ਕੰਮ ਦੇਖਦੇ ਸੀ, ਅਸੀਂ ਬੱਚਿਆਂ ਨੂੰ ਲੈ ਕੇ ਵੀ ਸੈਕਟਰੀਏਟ ਧੁੱਪੇ ਫਿਰਦੇ ਹੁੰਦੇ ਸੀਗੇ, ਪੌੜੀਆਂ ਚੜ੍ਹਦੇ, ਦੇ ਨਿਊ ਆਰ ਵਰਕ। ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਤੁਸੀਂ ਇੱਕ ਪਰਿਵਾਰ ਕਿਸ ਤਰ੍ਹਾਂ ਚਲਾ ਸਕਦਾ ਹੈ, ਤੁਸੀਂ ਜੇ ਬਾਰ-ਬਾਰ ਇਸ਼ਤਿਹਾਰ ਇਹ ਉਹ ਬੜਾ ਔਖਾ ਹੈ, ਟਰਸਟ ਬਣਾਓ। ਸੋ ਅਸੀਂ ਪ੍ਰੀਤ ਲੜੀ ਵਾਸ ਦਾ ਫਰਸਟ ਸੱਚ ਮੈਗਜ਼ੀਨ। ਤੇ ਰਾਈਟ। ਅੰਮ੍ਰਿਤਾ ਜੀ ਨੇ ਮੈਨੂੰ ਫੋਨ ਕੀਤਾ, ਉਹ ਜੀ। ਅੰਮ੍ਰਿਤਾ ਜੀ ਜਿਨ੍ਹਾਂ ਨੂੰ ਮੈਂ ਮਿਲਣ ਗਈ ਸੀ ਸਮੀਤ ਤੋਂ ਇੱਕਦਮ ਬਾਅਦ, ਤੇ ਕਹਿੰਦੇ ਸਨ ਕਿ ਚਲੋ ਤੁਸੀਂ ਜਦ ਤੱਕ ਚਲਾਉਣਾ ਚਾਹੁੰਦੇ ਹੋ ਚਲਾ ਲਓ। ਤੇ ਹੋਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਸਮੀਤ ਨਾਲ ਉਹ ਕਰ ਰਹੇ ਸੀ ਕਿ ਟਰਸਟ ਬਣਾਇਆ ਜਾਏ, ਉਮਰ ਅਬਦੁੱਲਾ ਨੂੰ ਮਿਲਿਆ ਜਾਏ, ਪਰ ਉਹ ਉਹਨਾਂ ਨੂੰ ਇੰਟਰਸਟ ਨਾ ਰਿਹਾ। ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਕਿ ਫਿਰ ਕਿਸ ਤਰ੍ਹਾਂ ਮਿਲਿਆ, ਯਾਨੀ ਕਿ 25 lakhs ਇਨ ਦੈਟ ਟਾਈਮ ਉਹਨਾਂ ਨੇ ਸਾਨੂੰ ਟਰਸਟ ਨੂੰ ਦਿੱਤਾ ਗਿਆ, ਜਿਹਦੇ ਇੰਟਰਸਟ ਚੋਂ ਅਸੀਂ ਚੱਲਦੇ ਰਹੇ। ਤੇ ਉਹ ਬਹੁਤ ਦੇਰ ਤੱਕ ਉਹ ਅਮਾਉਂਟ ਕਾਇਮ ਰਿਹਾ, ਜਦ ਕਿ ਫਿਰ ਹੋਰ ਪ੍ਰੋਬਲਮਸ ਆਈਆਂ ਤੇ ਉਹ ਵੀ ਫਿਰ ਹੌਲੀ ਹੌਲੀ ਖੁਰ ਗਿਆ। ਤੇ ਅਸੀਂ ਅੱਜ ਸੋਚਦੇ ਹਾਂ ਕਿ ਅਸੀਂ ਕਿਸੇ ਤਰ੍ਹਾਂ ਉਸ ਅਮਾਉਂਟ ਨੂੰ ਮਿਸਟਰ ਵੈਸ਼ਨਵ ਦੇ ਕਰਕੇ, ਉਹਨਾਂ ਦੇ ਅਸੂਲਾਂ ਕਰਕੇ ਪੂਰਾ ਫੇਰ ਕਾਇਮ ਕਰ ਦਈਏ ਕਿਸੇ ਤਰ੍ਹਾਂ। ਤੇ ਮੈਂ ਦੱਸ ਰਹੀ ਸੀ ਕਿ ਇੱਕ ਵਾਰੀ ਪ੍ਰੇਮ ਸਿੰਘ ਰਾਈਟਰ ਨੇ ਹੁੰਦੇ ਸਨ ਕਸ਼ਮੀਰ ਦੇ, ਉਹ ਆਏ ਹੋਏ ਸਨ ਸਾਡੇ ਘਰ, ਮੈਂ ਐਗਜ਼ਾਮਪਲ ਦਿੰਨੀ, ਤੇ ਮਿਸਟਰ ਵੈਸ਼ਨਵ ਉਹਨਾਂ ਨਾਲ ਬੜਾ ਖਰਵਾ ਬਿਹੇਵ ਕਰ ਰਹੇ ਸੀ। ਤੇ ਉਹਨਾਂ ਨੇ ਬਾਅਦ ਚ ਜਾ ਕੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਕਹਿਣਾ ਚਾਹੁੰਦੇ ਸੀ ਕਿ ਤੁਸੀਂ ਪੰਜਾਬੀ ਹੋ, ਤੁਸੀਂ ਵੀ ਕੁਝ ਕਰੋ, ਇਹ ਮੇਰੇ ਵਾਸਤੇ ਰੱਖਿਆ ਹੋਇਆ ਸਾਰਾ ਕੰਮ। ਤੇ ਇਸ ਜੀ। ਤਰ੍ਹਾਂ ਯਾਨੀ ਕਿ ਉਹ ਆਸ-ਪਾਸ ਨੂੰ ਇਨਸਪਾਇਰ ਕਰਦੇ ਜੀ। ਸੀਗੇ। ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਪੂਨਮ ਜੀ। ਮੇਰਾ ਖਿਆਲ ਅੱਜ ਦੀ ਮੀਟਿੰਗ ਸ਼ਾਇਦ ਉਸ ਪੜਾਅ ਤੇ ਪਹੁੰਚ ਰਹੀ ਹੈ ਕਿ ਜਿੱਥੇ ਮੈਂ ਇੱਕ ਬੜਾ ਉਹ ਸਵਾਲ ਪੁੱਛਣ ਜਾ ਰਿਹਾ ਤੁਹਾਡੇ ਕੋਲੋਂ, ਜਿਹੜਾ ਕਿ ਮੇਰਾ ਖਿਆਲ ਸਾਰੇ ਹੀ ਪੰਜਾਬੀਆਂ ਔਰ ਸਾਰੇ ਇੰਡੀਅਨ ਦੇ ਦਿਮਾਗ ਦੇ ਵਿੱਚ ਬਹੁਤ ਸਾਲਾਂ ਤੋਂ, ਬਹੁਤ ਦਹਾਕਿਆਂ ਤੋਂ ਘੁੰਮਦਾ ਰਿਹਾ, ਸ਼ਿਵ ਅਨੁਜ ਕੁਮਾਰ ਬਟਾਲਵੀ ਹੋਣਾ ਬਾਰੇ। ਜੀ, 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 ਮੈਂ very ਜ਼ਰੂਰ ਗੱਲ respectfully ਕਰਾਂਗੀ। very respectfully I want to know, ਜੀ ਹਮੇਸ਼ਾ ਅਸੀਂ ਪੜ੍ਹਦੇ ਰਹੇ, ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਜੀ ਹਮੇਸ਼ਾ ਜੀ ਜੀ ਅਸੀਂ ਪੜ੍ਹਦੇ ਰਹੇ ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਜੀ ਜੀ ਅਸੀਂ ਹਮੇਸ਼ਾ ਪੜ੍ਹਦੇ ਰਹੇ ਕਿ ਇੱਕ ਉਡਾਰੀ ਐਸੀ ਮਾਰੀ ਮੁਰਵਤ ਨੀ ਨਾ ਆਇਆ। ਜੀ ਔਰ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਚੱਲਦਾ ਰਿਹਾ ਕਿ ਉਹ ਸ਼ਿਵ ਦੀ ਮੁਹੱਬਤ ਕੌਣ ਸੀ, ਉਹ ਕੁੜੀ ਕੌਣ ਸੀ। ਜੀ ਮੈਨੂੰ ਜਾਤੀ ਤੌਰ ਤੇ ਕੁਝ ਇੱਕ ਚੀਜ਼ਾਂ ਪਤਾ ਨੇ, ਪਰ ਮੈਂ ਚਾਹਾਂਗਾ ਕਿ ਤੁਸੀਂ ਤੁਹਾਡੇ ਕੋਲੋਂ ਇਹ ਸੁਣਿਆ ਜਾਵੇ ਅੱਜ ਦੇ ਦਿਨ, ਅਗਰ ਤੁਸੀਂ ਚਾਹੋ please, ਜੀ with all due ਮੈਂ respect, ਚਾਹਾਂਗੀ whatever you ਦੱਸਣਾ। want to reveal, that's ਜੀ perfectly fine. If you want to hold anything, I ਯਾ would respect that as well. ਉਹ ਕੌਣ ਜੀ ਸੀ ਜਿਸ ਨੂੰ ਕਦੀ ਸ਼ਿਵ ਜ਼ਿੰਦਗੀ ਦੇ ਵਿੱਚ ਭੁਲਾ ਹੀ ਨਹੀਂ ਸਕਿਆ, ਉਹ ਕੌਣ ਸੀ ਜੀ ਜਿਹਨੇ ਇੱਕ ਉਡਾਰੀ ਐਸੀ ਮਾੜੀ ਮੁਰਵਤ ਨਹੀਂ ਨਾ ਆਇਆ। ਔਰ ਮੈਂ ਜੀ ਇਹ ਵੀ ਜਾਣਦਾ ਮੈਂ ਕਿ ਸ਼ਾਇਦ ਜਿਹਨੇ ਉਡਾਰੀ ਮਾਰੀ ਸੀ ਉਹ ਤੁਹਾਡੇ ਨਾਲ ਇਨ ਟੱਚ ਵੀ ਸਨ, ਜੀ ਔਰ ਸ਼ਾਇਦ ਜਦੋਂ ਤੱਕ ਉਹ ਵਾਪਿਸ ਆਏ ਉਦੋਂ ਤੱਕ ਸ਼ਿਵ ਨਹੀਂ ਸਨ। ਉਸ ਬਾਰੇ ਜੀ ਪਲੀਜ਼ ਤੁਸੀਂ ਸਾਨੂੰ ਦੱਸੋ। ਜੀ ਮੈਂ ਜ਼ਰੂਰ ਦੱਸਣਾ ਚਾਹਾਂਗੀ। ਮੈਂ ਸਭ ਤੋਂ ਪਹਿਲਾਂ ਇਹ ਕਹਾਂਗੀ ਕਿ ਇਹ ਅਨੂ ਹੋਰਾਂ ਬਾਰੇ ਗੱਲ ਸੀ, ਅਨੁਸੂਈਆ ਜੀ ਬਾਰੇ। ਤੇ ਅਨੁਸੂਈਆ ਨੇ ਹੋਰਾਂ ਨੇ, ਮੈਂ ਇਸ ਅਖਤਿਆਰ ਨਾਲ ਥੋੜੀ ਗੱਲ ਕਰਨ ਦੀ ਖੁੱਲ੍ਹ ਲੈ ਰਹੀ ਹਾਂ ਕਿਉਂਕਿ ਉਹਨਾਂ ਨੇ ਮੇਰੇ ਨਾਲ ਇੱਕ ਰਿਸ਼ਤਾ ਬਣਾਇਆ ਜੀ। ਤੇ ਮੈਨੂੰ ਇੱਕ ਪਿਆਰ ਦੇ ਨਾਲ, ਤੇ ਮੈਂ ਉਹਨਾਂ ਨੂੰ ਕੁਝ ਸਵਾਲ ਜੋ ਮੈਂ ਬਾਜ਼ਾਰ 'ਚ ਯਾਨੀ ਕਿ ਬਾਹਰ ਨਿਕਲਦੀ ਸੀ ਤਾਂ ਸੁਣਦੀ ਸੀ, ਮੈਂ ਉਹਨਾਂ ਨੂੰ ਕਹਿੰਦੀ ਸੀ ਜਾਂ ਮੈਂ ਕੋਈ ਗਿਲਾ ਕਰਦੀ ਸੀ ਕੀਤਾ, ਤੇ ਉਹਨਾਂ ਨੇ ਇੱਕ ਖਾਸ ਇੱਕ ਵਾਰੀ ਮੈਨੂੰ ਲੱਗਦਾ ਇੰਡੀਆ ਇਸੇ ਲਈ ਆਏ, ਤੁਹਾਨੂੰ ਪਤਾ ਹੈ ਕਿ ਸਾਊਥ ਅਮਰੀਕਾ ਬਹੁਤ ਦੂਰ ਹੈ ਇੰਡੀਆ ਤੋਂ ਤੇ ਬੜੇ ਪੈਸੇ ਲੱਗਦੇ ਨੇ, ਤੇ ਸ਼ਾਇਦ ਉਹ ਉੱਥੇ ਵੈਨਜ਼ੁਆਲਾ ਦੇ ਵਿੱਚ ਰਹਿੰਦੇ ਸਨ, ਅਗਰ ਮੈਂ ਗਲਤ ਨਹੀਂ ਤੇ ਵੈਨਜ਼ੁਆਲਾ ਵਿੱਚ ਸਨ। ਵੈਨੇਜ਼ੁਏਲਾ 'ਚ ਰਹਿੰਦੇ ਸਨ ਜੀ, ਜੀ। ਕਰਾਕਾਸ ਵਿੱਚ, ਤੇ ਪੜ੍ਹਾਉਂਦੇ ਸਨ, ਉਹ ਇੰਗਲਿਸ਼ ਜੀ। ਪੜ੍ਹਾਉਂਦੇ ਸਨ ਉੱਥੇ। ਸੋ ਉੱਥੋਂ ਆਏ, ਫਿਰ ਉਹਨਾਂ ਨੇ ਮੇਰੇ ਨਾਲ ਕੁਝ ਗੱਲਾਂ ਹੌਲੀ ਹੌਲੀ ਸਾਂਝੀਆਂ ਕੀਤੀਆਂ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹੁਣ ਇੰਡੀਆ ਨਹੀਂ ਆਉਣਾ ਵਾਪਿਸ। ਜਦੋਂ ਵੀ ਆਉਂਦੇ ਸੀ 3-4 ਵਾਰੀ ਆਏ ਨੇ ਮੇਰੇ ਹੁੰਦਿਆਂ, ਮਤਲਬ ਮੇਰੀ ਉੱਥੇ ਹੋਣ ਵਿੱਚ, ਤੇ ਰੋ ਕੇ ਵਾਪਸ ਜਾਂਦੇ ਸਨ ਤੇ ਕਹਿੰਦੇ ਸਨ ਮੈਂ ਹੁਣ ਨਹੀਂ ਆਉਣਾ, ਮੈਂ ਹੁਣ ਨਹੀਂ ਆਉਣਾ। ਫਿਰ ਅਖੀਰਲੀ ਵਾਰੀ ਵੀ ਇਸੇ ਤਰ੍ਹਾਂ ਕਿਹਾ ਕਿ ਮੈਂ ਹੁਣ ਵਾਪਿਸ ਨਹੀਂ ਆਵਾਂਗੀ। ਤੇ ਉਦੋਂ ਉਹਨਾਂ ਦੀ ਉਮਰ ਵੀ ਹੋ ਚੁੱਕੀ ਸੀ ਤੇ ਉਹ
ਇਸ ਗੱਲੋਂ ਬੜੇ ਸਿਆਣੇ ਸਨ, ਉਹਨਾਂ ਨੂੰ ਲੱਗਾ ਕਿ ਮੈਂ ਗੱਲ ਕਰਾਂ, ਤੇ ਉਹਨਾਂ ਨੇ ਮੇਰੇ ਨਾਲ ਜੋ ਗੱਲਾਂ ਕੀਤੀਆਂ ਨੇ ਉਹਦੇ ਅਖਤਿਆਰ ਤੋਂ ਮੈਂ ਤੁਹਾਨੂੰ ਦੱਸਦੀ ਹਾਂ, ਤੇ ਕੁਝ ਮੇਰੇ ਆਪਣੇ ਨਿਚੋੜ ਕੱਢੇ ਹੋਏ ਨੇ ਜੀ, ਉਹਦੇ ਨਾਲ। ਸੋ ਪਹਿਲੀ ਗੱਲ ਤੇ ਹੈ ਕਿ ਅ ਅਨੁਸੂਇਆ, ਜਿਵੇਂ ਮੈਂ ਦੱਸਿਆ ਵੀ ਕੁੜੀਆਂ ਨੂੰ ਇੱਕ ਥਾਂ ਇਸ ਪਰਿਵਾਰ ਵਿੱਚ ਹੈ ਜਿਹਦੇ ਵਿੱਚ ਕਿ ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਣ। ਆਪਣੀ ਅਨੁਸੂਇਆ ਵੀ ਉਸੇ ਤਰੀਕੇ ਨਾਲ ਪਲੇ ਸਨ। ਹੂੰ, ਉਹਨਾਂ ਦੀ ਸ਼ਾਦੀ ਬਹੁਤ ਛੋਟੀ ਉਮਰ 'ਚ ਹੋ ਗਈ ਸੀ। ਬਹੁਤ ਹੀ ਵੈਲਦੀ ਪਰਿਵਾਰ ਸੀ, ਦਿੱਲੀ ਦਾ ਮਤਲਬ ਕੰਟਰੈਕਟਰ ਸਨ, ਤੇ ਉਸ ਸ਼ਾਦੀ ਵਿੱਚ ਉਹ ਜਿਹੜੇ ਜੋ ਉਹਨਾਂ ਦਾ ਹਸਬੈਂਡ ਸੀਗਾ, ਉਹਨਾਂ ਨੇ ਆਤਮ ਹੱਤਿਆ ਕਰ ਲਈ ਸੀ। ਤੇ ਇਸ ਸ਼ੌਕ ਦੇ ਆਲਮ ਦੇ ਵਿੱਚ ਉਹ ਪ੍ਰੀਤਨਗਰ 'ਚ ਅਨੁਸੂਇਆ ਹੈ ਸਨ, ਤੇ ਬਾਹਰ ਮੇਰੇ ਮਦਰ ਵੀ ਬਾਰ-ਬਾਰ ਰੋਣ ਲੱਗ ਪੈਂਦੇ ਸਨ। ਟਾਈਮ ਦੇ ਵਿੱਚ ਉਹ ਮਿਲੇ ਨੇ, ਤੇ ਸ਼ਿਵ ਜਿਹੜੇ ਨੇ ਉਹਨਾਂ ਦੇ ਦਿਲ ਵਿੱਚ ਤੁਸੀਂ ਜਾਣਦੇ ਹੀ ਹੋ ਲੂਣਾ ਹਰ ਤਰ੍ਹਾਂ ਦੀ ਐਂਗਲ ਤੋਂ, ਕਿ ਉਹ ਔਰਤ ਦੇ ਲਈ ਕਿੰਨਾ ਇੱਕ ਉਹਨਾਂ ਦੇ ਅੰਦਰ ਜਜ਼ਬਾ ਸੀਗਾ ਉਹਦੀ ਦਰਦ ਲਈ ਸਾਰਾ। ਸੋ ਉਹਨਾਂ ਦਾ ਛੋਏ ਜਾਣਾ ਉਸ ਦਰਦ ਤੋਂ ਤੇ ਕੋਈ ਗੈਰ ਕੁਦਰਤੀ ਉਹਨਾਂ ਵਾਸਤੇ ਬਿਲਕੁਲ ਵੀ ਨਹੀਂ ਹੋਏਗਾ। ਉਹਨਾਂ ਨੂੰ ਵੀ, ਹਰ ਇੱਕ ਨੂੰ ਅਨੂ ਦਾ ਫਿਕਰ ਸੀਗਾ। ਗੱਲ ਉੱਥੇ ਕਿਸ ਤਰ੍ਹਾਂ ਵਧੀ, ਉਹ ਇਹ ਕਿ ਅਨੂ ਹੋਰਾਂ ਨੇ ਉਹਨਾਂ ਨੂੰ ਆਪਣੇ ਘਰ ਅੰਦਰ ਬੁਲਾ ਲਿਆ ਕਿਸੇ ਵੇਲੇ, ਹੂੰ, ਜਿਸ ਦੇ ਵਿੱਚ ਉਹਨਾਂ ਦੀ ਵੱਡੀ ਭੈਣ ਦਾ ਵੀ ਰੋਲ ਰਿਹਾ, ਤੇ ਉਹਨਾਂ ਨੂੰ ਅੰਦਰ ਬੁਲਾ ਲਿਆ। ਉਹਨਾਂ ਨੇ ਆਪ ਮੈਨੂੰ ਦੱਸਿਆ, ਉਹ ਇਕੱਠੇ ਰਹੇ, ਤੇ ਉਸ ਟਾਈਮ ਦੇ ਵਿੱਚ ਜੋ ਸ਼ਿਵ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਕਿ ਇੱਕ ਮੁਹੱਬਤ ਸਾਂਝੀ ਹੋਈ। ਕਿੱਥੋਂ ਹੂੰ, ਤੱਕ ਹੋਈ ਉਹ ਅਲੱਗ ਗੱਲ ਹੈਗੀ ਹੈ, ਲੇਕਿਨ ਵੱਡੀ ਗੱਲ ਇੱਥੇ ਇਹ ਹੈ ਕਿ ਅੱਗੇ ਕੀ, ਅੱਗੇ ਕੀ ਦੇ ਵਿੱਚ ਉਹ ਜਦੋਂ ਗੱਲ ਗੁਰਬਖਸ਼ ਸਿੰਘ ਹੋਰਾਂ ਤੱਕ ਪਹੁੰਚ ਗਈ, ਤੇ ਗੁਰਬਖਸ਼ ਸਿੰਘ ਹੋਰਾਂ ਨੇ ਉਹਨਾਂ ਨੂੰ, ਅਨੂ ਜੀ ਨੇ ਮੈਨੂੰ ਆਪ ਹੈਲੋ, ਦੱਸਿਆ, ਹਾਂਜੀ, ਮੈਨੂੰ ਇੱਕ ਪਾਸੇ ਲੈ ਗਏ ਤੇ ਪੁੱਛਿਆ ਕਿ ਤੂੰ ਵਿਆਹ ਕਰਾਉਣਾ ਹਾਂਜੀ, ਚਾਹੁੰਦੀ ਹੈ। ਸੋ ਉਸ ਵੇਲੇ ਇਹਨਾਂ ਅਨੂ ਜੀ ਕਹਿੰਦੇ ਕਿ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਨਹੀਂ, ਮੈਂ ਸ਼ਾਦੀ ਦਾ ਨਹੀਂ ਸੋਚ ਸਕਦੀ ਸ਼ਿਵ ਦੇ ਨਾਲ। ਤੇ ਬਾਅਦ ਚ ਉਹਨਾਂ ਨੂੰ ਮੈਨੂੰ ਕਿਹਾ ਕਿ ਮੈਂ ਲਾਈਫ ਸਟਾਈਲ ਕਈ ਕੁਝ ਹੁੰਦਾ ਹੈ, ਤੇ ਮੈਨੂੰ ਲੱਗਾ ਕਿ ਮੈਂ ਐਡਜਸਟ ਨਹੀਂ ਕਰ ਸਕਾਂਗੀ, ਮੈਂ ਇਸ ਤਰ੍ਹਾਂ ਇੱਥੋਂ ਤੱਕ ਸੋਚਿਆ ਨਹੀਂ ਸੀ, ਜੋ ਵੀ ਉਹਨਾਂ ਨੇ ਕਿਹਾ। ਸੋ ਗੁਰਬਖਸ਼ ਸਿੰਘ ਨੇ ਉਹਨਾਂ ਨੂੰ ਫਿਰ ਕਿਹਾ ਆਪਣੀ ਬੇਟੀ ਨੂੰ ਕਿ ਫੇਰ ਤੈਨੂੰ ਇੱਥੋਂ ਜਾਣਾ ਚਾਹੀਦਾ, ਤੁਸੀਂ ਆਪਣੀ ਪੜ੍ਹਾਈ ਕਰੋ, ਜਾਓ ਪੜ੍ਹੋ, ਕਿਉਂਕਿ 18-19 ਸਾਲ ਦੀ ਤੇ ਉਮਰ ਸੀ ਸਾਰੀ। ਸੋ ਇਹਦੇ ਵਿੱਚ ਬਹੁਤ ਲੋਕਾਂ ਦੀ ਮੈਂ ਗੱਲਾਂ ਸੁਣਨੀਆਂ, ਉਹਨਾਂ ਨੇ ਕਿਹਾ ਕਿ ਬਾਪ ਨੇ ਆਪਣੀ ਬੇਟੀ ਨੂੰ ਬਾਹਰ ਦੂਰ ਭਿਜਵਾ ਦਿੱਤਾ, ਤੇ ਮਤਲਬ ਕਿ ਧੱਕਾ ਕੀਤਾ, ਫਿਰ ਉਹ ਕਹਿਣ ਕਲਾਸ ਦਾ ਕਈ ਕੁਝ ਲਿਆਂਦੇ ਨੇ ਵਿੱਚ। ਉਹ ਸਾਰੀਆਂ ਗੱਲਾਂ ਆਪਣੀ ਥਾਂ ਤੇ ਨੇ। ਗੁਰਬਖਸ਼ ਸਿੰਘ ਹੋਰਾਂ ਨੇ ਕਦੀ ਕਿਸੇ ਦੀ ਕਲਾਸ ਨਹੀਂ ਪੁੱਛੀ, ਕੋਈ ਇਹੋ ਜਿਹੀ ਜੀ, ਗੱਲ ਨਹੀਂ। ਹੋਰ ਵਿਆਹ ਕਿੰਨੇ ਹੀ ਹੋਏ ਨੇ ਪਰਿਵਾਰ ਦੇ ਵਿੱਚ, ਨਾ ਕਿਸੇ ਦੀ ਪਸੰਦ ਉੱਤੇ ਕੋਈ ਰੋਕ ਲਾਈ, ਤੇ ਇਹ ਗੱਲ ਨਹੀਂ ਸੀਗੀ। ਲੇਕਿਨ ਗੁਰਬਖਸ਼ ਸਿੰਘ ਹੋਰਾਂ ਨੇ ਹੋਣ ਦਿੱਤੀਆਂ ਗੱਲਾਂ, ਤੇ ਅਨੂ ਜੀ ਨੂੰ ਵੀ ਆਪਣੇ ਬਾਰੇ ਪਤਾ ਨਹੀਂ ਹੋਏਗਾ ਕਿ ਉਹ ਕਿਸ ਤਰ੍ਹਾਂ ਦੇ ਨੇ, ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਸ਼ਿਕਰੇ ਵਾਲੀ ਗੱਲ ਹੈ ਉਹ ਕਿਸੇ ਹੱਦ ਤੱਕ ਸਹੀ ਹੈ। ਕਿ ਉਹ ਕਈ ਵਾਰੀ, ਜਿਵੇਂ ਮੈਂ ਥੋੜਾ ਸ਼ੇਅਰ ਕੀਤਾ ਸੀਗਾ, ਇੱਕ ਅਸੀਂ ਲੋਕ ਜੋ ਹੈਗੇ ਆ ਪੰਜਾਬੀ, ਅਸੀਂ ਹਾਲੇ ਜੀ, ਸਰੀਰਕ ਬਿਮਾਰੀ ਤੇ ਸਮਝਦੇ ਹਾਂ, ਲੇਕਿਨ ਅਸੀਂ ਮਾਨਸਿਕ ਬਿਮਾਰੀ, ਸਾਈਕੋਲੋਜੀਕਲ ਪ੍ਰੋਬਲਮ, ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ, ਜਿਨ੍ਹਾਂ ਨੂੰ ਫਰੋਲਣ ਦਾ, ਜਿਨ੍ਹਾਂ ਬਾਰੇ ਗੱਲ ਕਰਨ ਦਾ ਅਜੇ ਤੱਕ ਮਾਹੌਲ ਨਹੀਂ ਬਣ ਰਿਹਾ, ਜੀ, ਤੇ ਉਹਦੇ ਵਿੱਚ ਲੁਕਿਆ ਹੋਇਆ ਬੜਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ। ਸੋ ਧੱਕਾ ਹੋਇਆ, ਤੇ ਉਹ ਜੋ ਧੱਕਾ ਹੈ ਹੋਇਆ, ਤੇ ਉਹਨਾਂ ਨੇ ਬੜੀ ਉਹਦੇ ਵਾਸਤੇ ਜਾ ਕੇ ਮਾਫੀ ਮੰਗਦੇ ਰਹੇ ਨੇ। ਅਖੀਰ ਤੱਕ ਅਨੂ ਹੋਰੀ ਉਹਨਾਂ ਦੇ ਪਰਿਵਾਰ ਨੂੰ ਮਿਲੇ, ਤੇ ਮੈਨੂੰ ਵੀ ਲੈ ਕੇ ਗਏ ਸਨ, ਇੱਥੇ ਕਿੱਥੇ ਰਹਿੰਦੇ ਸਨ, ਚੰਡੀਗੜ੍ਹ, ਕੀ ਹੈ ਪਤਾ ਕਰੀਏ। ਤੇ ਮੈਂ ਤਾਰੇ ਨੂੰ ਰੋਜ਼ ਦੇਖਦੀ ਹਾਂ 7 ਵਜੇ, ਇੱਕ ਟਾਈਮ ਦੱਸਿਆ ਕਿ ਮੈਂ ਇੱਕ ਤਾਰੇ ਨੂੰ ਰੋਜ਼ ਦੇਖਦੀ ਹਾਂ। ਸੋ ਇਹ ਉਹਨਾਂ ਦਾ ਤਰੀਕਾ ਸੀ ਇੱਕ ਕਿਸਮ ਦੀ ਮਾਫੀ ਮੰਗਣ ਦਾ, ਜੋ ਰਿਸ਼ਤਾ ਇੱਕ ਉਹ ਨਹੀਂ ਬਣਾ ਸਕੇ। ਜੀ। ਸੋ ਇਹ ਹੈ ਅਸਲੀਅਤ। ਮੈਂ ਇੱਕ ਹੋਰ ਚੀਜ਼ ਇਹਦੇ ਨਾਲ ਜੁੜੀ ਹੋਈ ਤੁਹਾਨੂੰ ਪੁੱਛਣਾ ਮੰਗਾਂਗਾ ਕਿ ਮੈਂ ਕਿਤੇ ਪੜ੍ਹਿਆ ਕਿ ਸ਼ਿਵ ਹੋਣਾ ਨੇ ਇੱਕ ਫੋਟੋ ਸੀ ਉਹਨਾਂ ਕੋਲ, ਜਿਹਦੇ ਪਿੱਛੇ ਲਿਖਿਆ ਹੋਇਆ ਸੀ, ਅਨੂ ਹੋਣਾ ਨੇ ਸ਼ਾਇਦ, ਕਿ ਸ਼ਿਵ ਨੂੰ ਜਿਹਦੇ ਨੈਣਾਂ ਵਿੱਚ
ਮੈਨੂੰ ਆਪਣੇ ਭਵਿੱਖ ਦੀ ਸਵੇਰ ਦਿਖਦੀ ਹੈ। ਅਗਰ ਨਹੀਂ ਅਨੂ ਹੋਣਾ ਨੇ ਇਹ ਗੱਲ ਤੁਸੀਂ ਵੀ have you come across this or no? ਨਹੀਂ। No. Okay. ਜੀ ਜੀ ਅਹ, ਮੇਰੇ ਲਈ ਇਹ ਬੜਾ ਭਾਵੁਕ ਮੂਡ ਹੈਗਾ ਹੈ, ਕਿਉਂਕਿ ਜ਼ਿੰਦਗੀ ਭਰ ਕੁਝ ਇੱਕ ਚੀਜ਼ਾਂ ਨੇ ਜਿਹੜੀਆਂ ਕਿ ਇਨਸਾਨ ਸਿਰਫ ਪੜ੍ਹਦਾ ਰਹਿੰਦਾ ਹੈ, ਔਰ ਅੱਜ ਤੁਹਾਡੇ ਕੋਲੋਂ ਸੁਣ ਲਿਆ। ਸ਼ੁਕਰੀਆ। ਪੂਨਮ ਜੀ, ਕੁਝ ਇੱਕ ਰਾਈਟਰਸ ਜਿਹੜੇ ਵੀ ਉਥੇ ਉਸ ਟਾਈਮ ਦੇ ਰਹੇ ਨੇ 1940s ਦੇ ਵਿੱਚ, ਜਦੋਂ ਪ੍ਰੀਤਨਗਰ ਦੇ ਵਿੱਚ ਇਟ ਵਾਸ ਔਨ ਜ਼ੈਨਿਥ ਆਫ ਇਟਸ ਹਾਈਟਸ। ਆਬਵੀਅਸਲੀ ਬਹੁਤ ਸਾਰੇ ਤੇ ਉਹਨਾਂ ਦੇ ਵਿੱਚੋਂ ਅੱਜ ਦੇ ਦਿਨ ਤੇ ਮੌਜੂਦ ਨਹੀਂ ਨੇ। ਕੁਝ ਇੱਕ ਲੋਕ ਸ਼ਾਇਦ ਬਾਅਦ ਦੇ ਵਿੱਚ ਤੁਹਾਡੇ ਟਾਈਮ ਦੇ ਤੱਕ ਜ਼ਿੰਦਾ ਸਨ। ਇਹੋ ਜਿਹੇ ਕੋਈ ਰਾਈਟਰ ਸਨ ਜਿਹੜੇ ਕਿ ਵਾਪਸ ਪਰਤੇ ਔਰ ਤੁਹਾਡਾ ਕੁਝ ਸਾਥ ਦਿੱਤਾ ਕਿਸੇ ਨੇ, ਜਾਂ ਕਿ ਸਭ ਆਪਣੇ ਆਪਣੇ ਮਸ਼ਗੂਲ ਹੋ ਗਏ ਸਨ ਔਰ ਕੋਈ ਵੀ ਬਾਅਦ ਦੇ ਵਿੱਚ ਨਹੀਂ ਪਰਤਿਆ? ਮੈਂ ਤੁਹਾਨੂੰ ਗਾਰਗੀ ਹੋਰਾਂ ਦੀ ਗੱਲ ਦੱਸਦੀ ਹਾਂ। ਪਹਿਲਾਂ ਜੀ ਅਸੀਂ ਉਹਨਾਂ ਕੋਲ ਗਏ ਸਾਂ ਇੱਕ ਸਮੇਂ ਪੁਆਇੰਟ ਤੇ ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਮੈਨੂੰ ਪਰਚਾ ਦਿਓ, ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਚਲਾਉਣਾ ਚਾਹੀਦਾ ਹੈ। ਸੋ ਉਹਨਾਂ ਦੇ ਕੁਝ ਕਮਰਸ਼ੀਅਲ ਕਿਸਮ ਦੇ ਤਰੀਕਾਕਾਰ ਸਨ, ਤੇ ਅਸੀਂ ਬੜਾ ਕੁਝ ਨੂੰ ਅਵੋਇਡ ਕਰਕੇ ਕਿ ਇੱਕ ਦੀ ਜਿਹੜੀ ਸਾਨੂੰ ਸੇਲ ਨਹੀਂ ਚਾਹੀਦੀ ਇਸ ਤਰ੍ਹਾਂ ਦੀ ਜੋ ਵੈਲਿਊਜ਼ ਨਾਲ, ਮਤਲਬ ਉਹਨਾਂ ਦੀ ਇੱਕ ਆਪਣੀ ਸ਼ੋਹਰਤ ਹੈ ਗਾਰਗੀ ਹੋਰਾਂ ਦੀ। ਸੋ ਇਸ ਤਰ੍ਹਾਂ ਦੇ ਬੜੇ ਸਾਰੇ ਲੋਕ ਵੀ ਮਿਲਦੇ ਨੇ ਜਿਨ੍ਹਾਂ ਦੇ ਆਪਣੇ ਆਪਣੇ ਆਈਡੀਆਜ਼ ਨੇ। ਕੁਝ ਕਹਿ ਸਕਦੇ ਨੇ, ਕੁਝ ਨਾਲ ਪੋਲੀਟੀਕਲੀ ਕੋਈ ਫਰਕ ਆ ਸਕਦੇ ਨੇ, ਕੋਈ ਹੋਰ ਤਰ੍ਹਾਂ ਦੇ। ਜੀ ਹੁਣ ਜਿੱਦਾਂ ਦਾਤਾ ਜੀ ਨੇ ਉਹ ਪਿਆਰ ਨਾਲ ਆਏ, ਇਸ ਤਰ੍ਹਾਂ ਕਈ ਲੋਕ, ਤਾਰਾ ਸਿੰਘ ਕਵੀ ਜਿਹੜੇ ਨੇ ਉਹ ਬੜੇ ਪਿਆਰ ਨਾਲ, ਉਹਨਾਂ ਨੇ ਜੀ ਬੜੀਆਂ ਸਲਾਹਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਨੇ ਕਿਹਾ ਕਿ ਪ੍ਰੀਤ ਲੜੀ ਲਿਟਰੇਰੀ ਨਹੀਂ ਹੈ, ਪਤਾ ਨਹੀਂ ਕਿਉਂ ਕਿਹਾ, ਤੇ ਤਾਰਾ ਸਿੰਘ ਹੋਰਾਂ ਨੇ ਕਿਹਾ ਕਿ ਪ੍ਰੀਤ ਲੜੀ ਕਦੇ ਵੀ ਹਮੇਸ਼ਾ ਸਿਰਫ ਲਿਟਰੇਰੀ ਨਹੀਂ ਸੀ, ਜੀ ਇਹ ਇਹਦੀ ਕੋਈ ਮੇਨ ਗੱਲ ਨਹੀਂ ਸੀ। ਸੋ ਖੁਸ਼ਵੰਤ ਸਿੰਘ ਹੋਰੀ ਖੁਦ ਬਹੁਤ ਪਿਆਰ ਨਾਲ ਪੜ੍ਹਦੇ ਸੀ ਪਰਚਾ, ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬੀ ਦੇ ਪਰਚੇ ਨਹੀਂ ਪੜ੍ਹਦੇ, ਕਹਿੰਦੇ ਹਾਂ ਮੈਂ ਇਹ ਪੜ੍ਹਦਾ। ਤੇ ਮੈਨੂੰ ਉਹਨਾਂ ਨੇ ਆਪ ਕਿਹਾ ਕਿ ਮੈਂ ਇਹਦੇ ਚੋਂ ਖਾਸ ਕਰਕੇ ਪਾਕਿਸਤਾਨੀ ਸਾਹਿਤ ਜਿਹੜਾ ਹੈ ਨਾ ਉਹ ਬਹੁਤ ਸ਼ੌਕ ਨਾਲ ਪੜ੍ਹਦਾ। ਜੀ ਔਰ ਮੇਰਾ ਖਿਆਲ ਬੜੇ ਮੈਂ ਖੁਸ਼ਵੰਤ ਸਿੰਘ ਹੋਣਾ ਤੋਂ ਇਲਾਵਾ, ਖੁਸ਼ਵੰਤ ਸਿੰਘ ਤੇ ਪੰਜਾਬੀ ਸਨ, ਉਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਨੌਨ ਪੰਜਾਬੀ ਵੀ ਬੜੀ ਇੱਜ਼ਤ ਦੀ ਨਿਗਾਹ ਨਾਲ ਪ੍ਰੀਤ ਲੜੀ ਨੂੰ ਦੇਖਦੇ ਰਹੇ ਨੇ, ਜਿਨ੍ਹਾਂ ਵਿੱਚੋਂ ਸ਼ਾਇਦ ਕ੍ਰਿਸ਼ਨਾ ਸੋਭਤੀ ਹੁਣੀ ਵੀ ਇੱਕ ਸਨ। ਜੀ ਜੀ, ਕ੍ਰਿਸ਼ਨਾ ਸੋਭਤੀ ਉਹਨਾਂ ਨੇ ਬੜਾ ਪਿਆਰ ਦਿੱਤਾ ਤੇ ਪੜ੍ਹਦੇ ਰਹੇ ਨੇ ਅਖੀਰ ਤੱਕ, ਇਹ ਬੜਾ ਅੱਛਾ। ਹਾਂਜੀ ਜੀ ਪੂਨਮ ਜੀ, ਪ੍ਰੀਤ ਲੜੀ ਨੂੰ ਮੇਰੇ ਖਿਆਲ 80-90 ਸਾਲ ਹੋ ਗਏ ਨੇ, ਪਰ ਅੱਜ ਵੀ ਕਹਿੰਦੇ ਨੇ ਕਿ ਪ੍ਰੀਤ ਲੜੀ ਹਮੇਸ਼ਾ ਜਵਾਨ ਰਹਿੰਦੀ ਹੈ। ਜੀ, ਮੈਂ ਇਹ ਬੰਨੂ ਆਨਾ ਸਾਹਿਬ ਨੇ ਕਿਹਾ ਖਾਸ ਤੌਰ ਤੇ ਜੀ ਕਿ ਮੈਂ ਦੇਖਦਾ ਕਿ ਪ੍ਰੀਤ ਲੜੀ ਹਮੇਸ਼ਾ ਜਵਾਨ ਰਹਿੰਦੀ ਹੈ। ਜੀ ਮੈਂ ਦੇਖ ਰਿਹਾ ਕਿ ਦੇਖੋ ਸ਼ਾਇਦ ਉਹਦਾ ਕਾਰਨ ਇਹ ਵੀ ਹੈਗਾ ਕਿ ਉਹਦੇ ਨਾਲ ਜਿੰਨੇ ਲੋਕ ਵੀ ਜੁੜੇ ਰਹੇ ਨੇ, ਗੁਰਬਖਸ਼ ਸਿੰਘ ਹੋਣਾ ਤੋਂ ਲੈ ਕੇ ਨਵਤੇਜ ਸਿੰਘ ਹੋਣਾ ਤੱਕ, ਔਰ ਸੁਮੀਤ ਹੋਣਾ ਤੋਂ ਲੈ ਕੇ ਤੁਹਾਡੇ ਔਰ ਰਤੀਕਾਂਤ ਹੋਣਾ ਨਾਲ, ਇੱਕ ਜਵਾਨ ਵਿਚਾਰਧਾਰਾ ਹਮੇਸ਼ਾ ਉਹਦੇ ਨਾਲ ਜੁੜੀ ਰਹੀ ਹੈ, ਜਿਹੜੇ ਕਿ ਇੱਕ ਵਿਚਾਰਧਾਰਾ ਸੀ। ਔਰ ਤੁਸੀਂ ਵੀ ਬੜੇ ਬੇਬਾਕ ਹੈਗੇ ਹੋ, ਯੂ ਆਰ ਵੈਰੀ ਫੋਰਥ ਕਮਿੰਗ, ਯੂ ਆਰ ਵੈਰੀ ਵੈਰੀ if I can put it, you are an intellectual with lot of urge to come forth with everything truthfully. और we are very thankful to you for that. और मैं समझ सकता है कि ਪ੍ਰੀਤ ਲੜੀ ਕਿਉਂ ਇੱਕ ਜਵਾਨ ਮੈਗਜ਼ੀਨ ਹੈ। ਪਰ ਮੈਂ ਇਹ ਪੁੱਛਾਂਗਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸਿਰਫ ਮੈਂਬਰਸ਼ਿਪ ਔਰ ਇੱਕ ਦੋ ਚੀਜ਼ਾਂ ਹੋਰ ਪੁੱਛਣ ਤੋਂ ਮੈਂ ਇਹ ਪੁੱਛਾਂਗਾ ਕਿ ਇਹ ਜਿਹੜੀ ਊਰਜਾ ਹੈ ਤੁਹਾਡੇ ਅੰਦਰ, ਇਹ ਜਿਹੜੀ એનર્ਜੀ ਹੈਗੀ ਹੈ, ਤੁਸੀਂ ਇੰਨੇ ਸਾਰੇ ਚੈਲੰਜਸ ਦੇ ਬਾਵਜੂਦ ਵੀ ਆਪਣੇ ਆਪ ਨੂੰ ਉਹ એનર્ਜੀ ਕਿੱਥੋਂ ਲੈਂਦੇ ਹੋ, ਔਰ ਉਹ ਕਿਵੇਂ ਆਪਣੇ ਆਪ ਨੂੰ ਤੁਸੀਂ ਮੇਨਟੇਨ ਰੱਖਦੇ ਹੋ? ਇਹ ਮੈਂ ਤਾਂ ਕਹਾਂਗੀ ਮੇਰੇ ਆਪਣੇ ਵਿਰਸੇ 'ਚ ਹੀ ਹੈ। ਕਿ ਦੂਸਰਾ ਹੈ ਕਿ ਸਾਥ, ਜਿਵੇਂ ਤੁਹਾਨੂੰ ਦੱਸਿਆ ਕਿ ਹਮੇਸ਼ਾ ਮਿਲਿਆ। ਮੇਰੇ ਫਾਦਰ ਮਦਰ ਸਭ ਲੋਕ, ਯਾਨੀ ਕਿ ਉਦਮ ਨੂੰ ਤੇ ਗੱਲ ਅੱਗੇ, ਨੌਲੇਜ ਅੱਗੇ ਵਧਣੀ ਚਾਹੀਦੀ ਹੈ, ਅਗਲੀ ਜਨਰੇਸ਼ਨ ਤੱਕ ਜਾਣੀ ਚਾਹੀਦੀ ਹੈ। ਇਹਦੇ ਵਾਸਤੇ ਇੱਕ ਕਮਿਟਮੈਂਟ ਹੈ ਜੋ ਸਾਡੇ ਵਿੱਚ એનર્ਜੀ ਪੈਦਾ ਕਰਦੀ ਹੈ। ਜੀ ਤੇ
ਮੇਰੀ ਆਪਣਾ ਪਰਸਨਲ ਪੈਸ਼ਨ ਵੀ ਇਹੀ ਹੈ। ਮੈਂ ਬਚਪਨ ਤੋਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਵੀ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ ਕਿ ਜੀ। ਉਹਨਾਂ ਤੱਕ ਇਹ ਇਨਫੋਰਮੇਸ਼ਨ ਜਾਵੇ, ਇਹ ਇਨਫੋਰਮੇਸ਼ਨ ਜਾਵੇ। ਤੋ ਇਹ ਆਪਣਾ ਹੀ ਪੈਸ਼ਨ ਹੈ ਮੇਰਾ ਜੀ। ਆਖਿਰ ਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਅਸੀਂ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਵੀ ਬੈਠੇ ਹੈਗੇ ਆ ਔਰ ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਤੋਂ ਸਾਡੇ ਨਾਲ ਲੋਕ ਜੁੜੇ ਹੋਏ ਨੇ ਇਸ ਵੇਲੇ ਵੀ। ਅਗਰ ਅਸੀਂ ਲਾਈਫ ਮੈਂਬਰਸ਼ਿਪ ਲੈਣੀ ਹੋਵੇ ਪ੍ਰੀਤ ਲੜੀ ਦੀ ਜਾਂ ਕਿਸੇ ਤਰੀਕੇ ਨਾਲ ਸਬਸਕ੍ਰਾਈਬ ਕਰਨਾ ਹੋਵੇ ਤੇ ਵਾਟ ਇਜ਼ ਦੀ ਬੈਸਟ ਮੈਥਡ ਟੂ ਡੂ ਦੈਟ? ਔਰ ਉਸ ਤੋਂ ਇਲਾਵਾ ਅਗਰ ਕੋਈ ਤੁਸੀਂ ਹੋਰ ਐਸੀ ਚੀਜ਼ ਕਹਿਣਾ ਚਾਹੋ ਜਾਂ ਕੋਈ ਇਨਸੀਡੈਂਟ ਦੱਸਣਾ ਚਾਹੋ ਜਿਹੜਾ ਕਿ ਸ਼ਾਇਦ ਮੈਂ ਕਵਰ ਨਹੀਂ ਕਰ ਪਾਇਆ ਤੇ ਯੂ ਆਰ ਮੋਸਟ ਵੈਲਕਮ, ਪਲੀਜ਼। ਇੱਕ ਤਾਂ ਮੈਂ ਦੱਸਾਂਗੀ ਕਿ ਅਸੀਂ ਕੋਈ ਇਸ਼ਤਿਹਾਰ ਹੁਣ ਗਵਰਨਮੈਂਟ ਤੋਂ ਨਹੀਂ ਮਿਲਦੇ। ਕੋਈ ਇੱਕ ਅੱਧਾ ਕਿਸੇ ਵੇਲੇ ਮਿਲ ਜਾਏ ਤੇ ਅਲੱਗ ਗੱਲ ਹੈ। ਸੋ ਅਸੀਂ ਇਸ ਤਰ੍ਹਾਂ ਚੱਲਦੇ ਹਾਂ ਕਿ ਸਾਡੇ ਕੋਈ 25-30 ਕਹਿ ਲਓ ਜਾਂ 20-25 ਲੋਕ ਨੇ ਜੋ ਉਹਨਾਂ ਦਾ ਕੋਈ ਛੋਟਾ ਬਿਜ਼ਨਸ ਹੈ ਜਾਂ ਵੱਡਾ ਬਿਜ਼ਨਸ ਹੈ ਜਾਂ ਉਹ ਪਰਸਨਲੀ ਆਪਣੇ ਕਿਸੇ, ਸੋ ਉਹ ਕੰਟਰੀਬਿਊਟ ਕਰ ਦਿੰਦੇ ਨੇ ਇੱਕ ਪੇਜ ਇਸ਼ਤਿਹਾਰ ਦਾ, ਯਾਨੀ ਕਿ ਇਸ ਤਰ੍ਹਾਂ ਡਿਵਾਈਡ ਕੀਤਾ ਰੋਟੇਸ਼ਨ ਦੇ ਨਾਲ ਕੁਛ ਨਾ ਕੁਛ ਇਸ ਤਰ੍ਹਾਂ ਨਿਕਲਦਾ ਜਾਂਦਾ ਹੈ। ਤੇ ਇੱਕ ਟਾਈਮ ਸੀਗਾ ਕਿ ਸਾਰੇ ਜੋ ਐਜੂਕੇਸ਼ਨ ਨੇ ਬਹੁਤ ਹੀ ਅੱਛੇ ਉਹਨਾਂ ਦੇ ਹੈਡ ਹੈਗੇ ਨੇ, ਕ੍ਰਿਸ਼ਨ ਕੁਮਾਰ ਅਜੇ ਵੀ ਉਹ ਹੈਗੇ ਨੇ, ਲੇਕਿਨ ਉਹਨਾਂ ਨੇ ਸਾਰੇ ਸਕੂਲਸ ਦੇ ਵਿੱਚ ਪੰਜਾਬੀ ਪਰਚਾ ਲਵਾਇਆ, ਮੀਡੀਅਮ ਮਿਡਲ ਤੇ ਪ੍ਰਾਇਮਰੀ ਸਕੂਲਸ ਵਿੱਚ। ਸੋ ਇਹ ਤਰੀਕੇ ਨੇ ਇੱਕ ਤੇ ਕਿ ਸਾਨੂੰ ਕੋਈ ਐਡਵਰਟਾਈਜ਼ਮੈਂਟ ਦਿੱਤਾ ਜਾਵੇ, ਸਪੋਰਟ, ਯਾਨੀ ਕਿ ਇਕੱਠੇ ਹੋ ਕੇ ਜਾਂ ਮਤਲਬ ਕੋਆਪਰੇਸ਼ਨ ਦੇ ਨਾਲ ਜਾਂ ਇੰਡੀਵਿਜੂਅਲੀ। ਦੂਸਰਾ ਲਾਈਫ ਮੈਂਬਰਸ਼ਿਪ ਤੇ ਅਸੀਂ ਹੁਣ ਨਹੀਂ ਕਰਦੇ ਕਿਉਂਕਿ ਬਹੁਤ ਕੀਮਤਾਂ ਬੜੀਆਂ ਬਦਲਦੀਆਂ ਨੇ, ਹਾਲਾਤ ਬੜੇ ਅਨਸਟੇਬਲ ਹੋ ਜਾਂਦੇ ਨੇ, ਕਈ ਕੁਝ ਹੁੰਦਾ। ਸੋ 10-15 ਸਾਲ ਲਈ ਜੇ ਕੋਈ ਮੈਂਬਰ ਬਣਨਾ ਚਾਹੇ, 10 ਸਾਲ ਲਈ ਬਣਨਾ ਚਾਹੇ, ਸਾਨੂੰ ਤੇ ਸਭ ਤੋਂ ਵੱਡੀ ਗੱਲ ਇੱਕ ਹੈਗੀ ਹੈ ਕਿ ਜਦੋਂ ਜਸਵੰਤ ਸਿੰਘ ਜੋ ਕੈਨੇਡਾ ਅਮਰੀਕਾ ਚ ਲਾਇਬ੍ਰੇਰੀਅਨ, ਤੁਸੀਂ ਜਾਣਦੇ ਹੋ ਕਿ ਲਾਇਬ੍ਰੇਰੀ ਦੀ ਮੂਵਮੈਂਟ ਦੇ ਬੜੇ ਮੁੱਦਈ ਰਹੇ ਸਨ, ਹੈਗੇ ਸਨ ਚਾਹੇ, ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਲਾਇਬ੍ਰੇਰੀਜ਼ ਦੇ ਵਿੱਚ ਲੋਕੀ ਲਗਵਾਉਣ, ਕੈਨੇਡਾ ਵਿੱਚ ਕਿੰਨੀਆਂ ਲਾਇਬ੍ਰੇਰੀਜ਼ ਨੇ ਤੇ ਸਾਡੇ ਮੈਂਬਰਸ ਨੇ ਲਾਇਬ੍ਰੇਰੀਜ਼ ਤੁਹਾਡੀਆਂ ਕੈਨੇਡਾ ਦੀਆਂ 10-12 ਲਾਇਬ੍ਰੇਰੀਜ਼, ਤੇ ਉਹ ਇੱਕ ਬੜਾ ਵੱਡਾ ਤਰੀਕਾ ਹੈ ਕਿ ਕਿਤੇ ਵੀ ਰਿਕੁਐਸਟ ਕਰੋਗੇ ਤੇ ਪਰਚਾ ਆਉਣਾ ਚਾਹੀਦਾ ਹੈ ਤੇ ਉਹ ਲਗਵਾਉਣਗੇ ਜੀ। ਹਾਂਜੀ, ਇਹ ਇੱਕ ਤਰੀਕਾ ਹੈ। ਨਾਲੇ ਤੁਹਾਨੂੰ ਵੀ ਤੁਸੀਂ ਜੇ ਪਰਚਾ ਲਗਾਉਂਦੇ ਹੋ ਤੇ ਜਸਵੰਤ ਸਿੰਘ ਹੋਰਾਂ ਨੇ ਦੱਸਿਆ ਸੀਗਾ ਕਿ ਇਨਕਮ ਟੈਕਸ ਦੀ ਵੀ ਤੁਹਾਨੂੰ ਰਿਆਇਤ ਮਿਲਦੀ ਹੈ ਜੀ। ਤੋ ਇਹ ਤਰੀਕੇ ਨੇ। ਹਾਂਜੀ, ਥੈਂਕ ਯੂ ਸੋ ਮਚ ਪੂਨਮ ਜੀ। ਦਿਲ ਤੇ ਕਰਦਾ ਤੁਹਾਡੇ ਨਾਲ ਲਗਾਤਾਰ ਗੱਲਾਂ ਕਰਦੇ ਰਹੀਏ। ਮੇਰੇ ਲਈ ਪਰਸਨਲੀ ਤੌਰ ਤੇ ਮੈਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦਾ ਮੈਨੂੰ ਲੱਗਦਾ ਹੈ ਕਿ ਮੈਂ 200-400 ਸਾਲ ਹਿਸਟਰੀ ਦੇ ਵਿੱਚ ਜਾ ਕੇ ਜੀ ਆਇਆ ਹਾਂ ਔਰ ਅੱਜ ਦੀ ਸਵੇਰ ਵੀ ਮੇਰੇ ਵਾਸਤੇ ਇਟ ਵਾਸ ਅ ਵੈਰੀ ਨੋਸਟੈਲਜਿਕ ਵਾਕਿੰਗ ਡਾਊਨ ਦੀ ਮੈਮਰੀ ਲੇਨ। ਮੈਨੂੰ ਉਮੀਦ ਹੈ ਕਿ ਸਾਡੇ ਨਾਲ ਜੁੜੇ ਹੋਏ ਲੋਕਾਂ ਲਈ ਵੀ ਔਰ ਜਿਹੜੇ ਇਹ ਪ੍ਰੋਗਰਾਮ ਨੂੰ ਅੱਗੇ ਦੇਖਣਗੇ ਉਹਨਾਂ ਨੂੰ ਅੱਗੇ ਚੱਲ ਕੇ ਸ਼ਾਇਦ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇਸ ਆਰਕਾਈਵਲ ਡੇਟਾ ਤੋਂ ਬਹੁਤ ਕੁਝ ਮਿਲੇਗਾ। ਬਹੁਤ ਅੱਛਾ। ਸੰਗਾ ਸਾਹਿਬ, ਆਪਣੇ ਵੱਲੋਂ ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇਹੀ ਦੁਆ ਕਰਾਂਗਾ ਕਿ ਤੁਸੀਂ, ਰਤੀਕਾਂਤ ਹੋਣੀ, ਬਾਕੀ ਸਾਰਾ ਤੁਹਾਡਾ ਪਰਿਵਾਰ ਵੱਧਦੇ ਫੁੱਲਦੇ ਰਹੋ ਔਰ ਇੰਝ ਹੀ ਪ੍ਰੀਤ ਲੜੀ ਦੀ ਸੇਵਾ ਕਰਦੇ ਰਹੋ ਔਰ ਪ੍ਰੀਤ ਲੜੀ ਸਦੀਆਂ ਤੱਕ ਇੰਝ ਹੀ ਚੱਲਦੀ ਰਹੇ। ਇਹ ਸਾਡੀਆਂ ਇੱਛਾਵਾਂ ਵੀ ਨੇ ਤੁਹਾਡੇ ਨਾਲ ਤੇ ਦੁਆਵਾਂ ਵੀ ਨੇ। ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਵਾਰ ਤੋਂ ਫਿਰ ਬਹੁਤ-ਬਹੁਤ ਸ਼ੁਕਰੀਆ and thank you so much for joining us this morning, and this show is going to remain in history forever for us, and it was such a privilege and pleasure to have you over, Poonam. Thank you, especially to you, where you're a very sensitive and nice host. Thank you so much.